प्यारे बच्चों सत श्री अकाल। अपनी पंजाबी दी पाठ पुस्तक दा पन्ना नंबर 82 खोलो। अज असी सिहारी मात्रा वाले शब्द पढ़ांगे अते इन्हां नूं लिखण दा अभ्यास करांगे। आओ जी फिर पहला शब्द पढ़िए। ची ना चिण। देखो बच्चों आदमी इट्टा चिण रहा है। अगला शब्द है गी ना गिण। जिमें तुसी गिण तारे ते मोती गिणदे हो। हुण अगला शब्द है मी ना मिण। अगे पढ़ो जी। ती ना तिण। दी ल दिल। साडे सब दे अंदर एक दिल धड़क रहा है। जिमें तुहाडा दिल गर्मियां विच कुल्फी खाण नूं करदा है। अगला शब्द पढ़ते हाँ। ती ल तिल। मी ल मिल। दी न दिन। ली ख लिख। कापी ते सोने सोने अखर लिख। ली ख लिख। ची र चिर। फी र फिर। अगे पढ़ते हाँ। ती र तिर। प्यारे बच्चों आओ इन्हां नूं एक बारी फिर दोहरा लेंदे हाँ। चिण गिण मिण तिण दिल तिल मिल दिन लिख चिर तिर। फिर आओ बच्चों हुण इन्हां विचों भी कुछ शब्द लिखण दा अभ्यास करदे हां। पहला शब्द है गिण। मिण तिण दिन चिण। लिख मिल दिल। हुण मेरे प्यारे बच्चों तुसी इन्हां शब्दां नूं ही पढ़न दा अभ्यास करना है अते अपनी कापी ते सुंदर लिखाई विच लिखना भी है। धन्यवाद। प्यारे बच्चों अज असी हत्थां दीआं ਉਂਗਲਾਂ ਦੇ ਨਾਲ 10 ਦਾ जोड़ तोड़ करांगे। दसो बच्चों अपने दोवें हत्थां दीआं किन्नियां ਉਂਗਲਾਂ ਹੁੰਦੀਆਂ ਹਨ। आओ गिनीए मेरे नाल गिनो प्यारे बच्चों। 1 2 3 4 5 6 7 8 9 10। किन्नियां ਉਂਗਲਾਂ ਹਨ? 10 ਉਂਗਲਾਂ ਹਨ। ਹੁਣ ਤੁਸੀਂ ਮੈਨੂੰ ਦੱਸੋਗੇ ਮੇਰੇ ਹੱਥਾਂ ਦੀਆਂ ਕਿੰਨੀਆਂ ਉਂਗਲਾਂ ਖੜੀਆਂ ਹਨ, ਕਿੰਨੀਆਂ ਉਂਗਲਾਂ ਮੁੜੀਆਂ ਹਨ। ਤਾਂ ਦੱਸੋ ਬੱਚਿਓ ਕਿੰਨੀਆਂ ਉਂਗਲਾਂ ਖੜੀਆਂ ਹਨ। आओ गिनीए मेरे नाल गिनो। 1 1 ਉਂਗਲ खड़ी है। आओ मुड़ियां ਉਂਗਲਾਂ गिनते हाँ। 1 2 3 4 5 6 7 8 9 9 ਉਂਗਲਾਂ ਮੁੜੀਆਂ ਹਨ। 1 ਉਂਗਲ ਖੜੀ 9 ਉਂਗਲਾਂ ਮੁੜੀਆਂ ਹੋ ਗਈਆਂ 10 ਉਂਗਲਾਂ। ਦੱਸੋ ਬੱਚਿਓ ਹੁਣ ਕਿੰਨੀਆਂ ਉਂਗਲਾਂ ਖੜੀਆਂ ਹਨ। आओ गिनीए। 1 2 2 ਉਂਗਲਾਂ ਖੜੀਆਂ ਹਨ। 1 2 3 4
5 6 7 8 8 ਉਂਗਲਾਂ ਮੁੜੀਆਂ ਹਨ। 2 ਉਂਗਲਾਂ ਖੜੀਆਂ ਹਨ। 8 ਉਂਗਲਾਂ ਮੁੜੀਆਂ ਹਨ। ਹੋ ਗਈਆਂ 10 ਉਂਗਲਾਂ। ਆਓ ਦੇਖੀਏ ਕਿ ਹੁਣ ਕਿੰਨੀਆਂ ਉਂਗਲਾਂ ਖੜੀਆਂ ਹਨ। 1 2 3 3 ਉਂਗਲਾਂ ਖੜੀਆਂ ਹਨ। 1 2 3 4 5 6 7 7 ਉਂਗਲਾਂ ਮੁੜੀਆਂ ਹਨ। 3 ਉਂਗਲਾਂ ਖੜੀਆਂ 7 ਉਂਗਲਾਂ ਮੁੜੀਆਂ ਹੋ ਗਈਆਂ 10 ਉਂਗਲਾਂ। ਪਿਆਰੇ ਬੱਚਿਓ, ਖੜੀਆਂ ਉਂਗਲਾਂ ਮੇਰੇ ਨਾਲ ਨਾਲ ਗਿਣੋ। 1 2 3 4 4 ਉਂਗਲਾਂ ਖੜੀਆਂ ਹਨ। 1 2 3 4 5 6 6 ਉਂਗਲਾਂ ਮੁੜੀਆਂ ਹਨ। 4 ਉਂਗਲਾਂ ਖੜੀਆਂ 6 ਉਂਗਲਾਂ ਮੁੜੀਆਂ ਹੋ ਗਈਆਂ 10 ਉਂਗਲਾਂ। ਆਓ ਖੜੀਆਂ ਉਂਗਲਾਂ ਗਿਣੀਏ। 1 2 3 4 5 5 ਉਂਗਲਾਂ ਖੜੀਆਂ ਹਨ। 1 2 3 4 5 5 ਉਂਗਲਾਂ ਮੁੜੀਆਂ ਹਨ। 5 ਉਂਗਲਾਂ ਖੜੀਆਂ 5 ਉਂਗਲਾਂ ਮੁੜੀਆਂ ਹੋ ਗਈਆਂ 10 ਉਂਗਲਾਂ। ਦੇਖੋ ਬੱਚਿਓ, ਹੁਣ ਕਿੰਨੀਆਂ ਉਂਗਲਾਂ ਖੜੀਆਂ ਹਨ ਅਤੇ ਕਿੰਨੀਆਂ ਉਂਗਲਾਂ ਮੁੜੀਆਂ ਹਨ। ਆਓ ਗਿਣੀਏ। 1 2 3 4 5 6 6 ਉਂਗਲਾਂ ਖੜੀਆਂ ਹਨ। ਮੁੜੀਆਂ ਉਂਗਲਾਂ ਗਿਣਦੇ ਹਾਂ। 1 2 3 4 4 ਉਂਗਲਾਂ ਮੁੜੀਆਂ ਹਨ। 6 ਉਂਗਲਾਂ ਖੜੀਆਂ 4 ਉਂਗਲਾਂ ਮੁੜੀਆਂ ਹੋ ਗਈਆਂ 10 ਉਂਗਲਾਂ। ਹੁਣ ਕਿੰਨੀਆਂ ਉਂਗਲਾਂ ਖੜੀਆਂ ਹਨ। ਆਓ ਗਿਣੀਏ। 1 2 3 4 5 6 7 7 ਉਂਗਲਾਂ ਖੜੀਆਂ ਹਨ। 1 2 3 3 ਉਂਗਲਾਂ ਮੁੜੀਆਂ ਹਨ। 7 ਉਂਗਲਾਂ ਖੜੀਆਂ 3 ਉਂਗਲਾਂ ਮੁੜੀਆਂ ਹੋ ਗਈਆਂ 10 ਉਂਗਲਾਂ। ਮੇਰੇ ਨਾਲ ਨਾਲ ਗਿਣੋ ਬੱਚਿਓ। ਆਓ ਗਿਣੀਏ। 1 2 3 4 5 6 7 8 8 ਉਂਗਲਾਂ ਖੜੀਆਂ ਹਨ। 1 2 2 ਉਂਗਲਾਂ ਮੁੜੀਆਂ ਹਨ। 8 ਉਂਗਲਾਂ ਖੜੀਆਂ 2 ਉਂਗਲਾਂ ਮੁੜੀਆਂ ਹੋ ਗਈਆਂ 10 ਉਂਗਲਾਂ। ਆਓ ਖੜੀਆਂ ਉਂਗਲਾਂ ਗਿਣੀਏ। 1 2 3 4 5 6 7 8 9 9 ਉਂਗਲਾਂ ਖੜੀਆਂ ਹਨ। 1 1 ਉਂਗਲ ਮੁੜੀ ਹੈ। 9 ਉਂਗਲਾਂ ਖੜੀਆਂ 1 ਉਂਗਲ ਮੁੜੀ ਹੋ ਗਈਆਂ 10 ਉਂਗਲਾਂ। ਪਿਆਰੇ ਬੱਚਿਓ, ਹੁਣ ਤੁਸੀਂ ਆਪਣੇ ਘਰ ਆਪਣੇ ਹੱਥਾਂ ਦੀਆਂ ਉਂਗਲਾਂ ਨਾਲ 10 ਦਾ ਜੋੜ ਤੋੜ ਜ਼ਰੂਰ ਕਰਨਾ ਹੈ। ਬੱਚਿਓ, ਆਪਣੇ ਹੱਥਾਂ ਦੀਆਂ ਉਂਗਲਾਂ ਨੂੰ ਖੜੇ ਕਰਦੇ ਹੋਏ ਅਤੇ ਮੋੜਦੇ ਹੋਏ ਦੇਖਣਾ ਹੈ। ਤੁਸੀਂ ਗਿਣਨਾ ਹੈ ਕਿੰਨੀਆਂ ਉਂਗਲਾਂ ਖੜੀਆਂ ਹਨ, ਕਿੰਨੀਆਂ ਉਂਗਲਾਂ ਮੁੜੀਆਂ ਹਨ। ਇਸ ਤਰ੍ਹਾਂ ਤੁਸੀਂ 10 ਦਾ ਜੋੜ ਤੋੜ ਕਰਨਾ ਹੈ। ਬੱਚਿਓ, ਕੀ ਤੁਸੀਂ ਪੰਜਾਬ ਪ੍ਰਾਪਤੀ ਸਰਵੇਖਣ ਯਾਨੀ ਕਿ ਪਿਆਸ ਦੀ ਤਿਆਰੀ ਕਰ ਰਹੇ ਹੋ? ਸ਼ਾਬਾਸ਼ ਬੱਚਿਓ, ਹੁਣ ਤੁਸੀਂ ਮੈਨੂੰ ਇਸ ਪ੍ਰਸ਼ਨ ਦਾ ਉੱਤਰ ਦਿਓ। ਧਿਆਨ ਨਾਲ ਦੇਖੋ ਬੱਚਿਓ, ਹੇਠਾਂ ਦਿੱਤੀ ਤਸਵੀਰ ਵਿੱਚ ਕਿੰਨੀਆਂ ਉਂਗਲਾਂ ਖੜੀਆਂ ਹਨ। ਸਹੀ ਵਿਕਲਪ ਚੁਣੋ। ਤੁਹਾਨੂੰ ਤਸਵੀਰ ਦੇ ਵਿੱਚ ਕਿੰਨੀਆਂ ਉਂਗਲਾਂ ਖੜੀਆਂ ਦਿਖਾਈ ਦੇ ਰਹੀਆਂ ਹਨ। ਦੇਖੋ, ਗਿਣੋ ਅਤੇ ਸਹੀ ਉੱਤਰ ਦਿਓ। ਹਾਂਜੀ ਬੱਚਿਓ, 4 ਉਂਗਲਾਂ ਖੜੀਆਂ ਹਨ। ਇਸ ਦਾ ਸਹੀ ਉੱਤਰ ਹੈ 4। Good morning students. Today we will do what comes after. For what comes after, we have to take one step forward. See, it's N, O and P. Which letter is after N? Yes, it's O. So let's do this interesting activity. Students, here is the first set for you. Our first letter is Q. And what comes after Q? Yes, Q, R. R will come after Q. Q,
R. So our next letter is N. And what will come after N? Sing with me. M. N. O. So O will come after N. N. O. Students, here I have one more set for you. Our first letter is S. And what will come after S? Sing with me. Q R S T. Yes, student, T will come after S. S T. And next we have the letter O. And what will come after O? M N O P. Yes, students, P will come after O. O P. Great job, students. We have done it. Students, here I have one more set for you. Here we have the letter R. And what will come after R? Sing with me. A, B, C, D, E, F, G, H, I, J, K, L, M, N, O, P, L, M, N, O, P, Q, R, S. Yes, S will come after R. R, S. And next we have the letter K. And what will come after K? Recall. I, J, K, L. Yes, L will come after K. K, L. Students, let's do one more set. Here we have the letter P. And what will come after P? M, N, O, P, Q. Yes, students, Q will come after P. P, Q. Next we have the letter G. And what will come after G? Sing with me. A, B, C, D, E, F, G, H. Yes, students, H will come after G. G, H. Great job, students. We have done it. Students, it's time for homework. Your homework is you have to write what comes after these letters. Keep learning. Thank you. Give your best. दूसरी जमात दे नन्हे मुन्ने प्यारे बच्चों सत श्री अकाल। प्यारे बच्चों ਅੱਜ ਤੁਸੀਂ ਮੈਨੂੰ ਦੱਸੋ ਕਿ ਬੀਬੇ ਬੱਚੇ ਕਿਹੜੇ ਹੁੰਦੇ ਹਨ। ਹਾਂਜੀ, ਬੀਬੇ ਬੱਚੇ ਉਹ ਹੁੰਦੇ ਹਨ ਜਿਨ੍ਹਾਂ ਦੀਆਂ ਆਦਤਾਂ ਚੰਗੀਆਂ ਹੁੰਦੀਆਂ ਹਨ। ਅੱਜ ਵੀ ਅਸੀਂ ਇੱਕ ਚੰਗੀ ਆਦਤ ਬਾਰੇ ਗੱਲ ਕਰਾਂਗੇ। ਉਹ ਹੈ ਜਲਦੀ ਜਲਦੀ ਉੱਠਣਾ, ਜਲਦੀ ਜਾਗਣਾ, ਸਮੇਂ ਦੇ ਨਾਲ ਕੰਮ ਕਰਨਾ। आओ फिर आप एक कविता करते हाँ। जागो जागो होया सवेरा, जागो जागो होया सवेरा, सूरज चढ़िया मिटिया हनेरा। जागो जागो होया सवेरा, सूरज चढ़िया मिटिया हनेरा। आलणिया विच पंछी जागे, रौनक होई लागे जागे। जाग पिया है चार चुफेरा, जागो जागो होया सवेरा। खेतां नूं चल पए ने हली, पशुआं दे नाल तुर पे पली। चानन पाया हर कर फेरा, जागो जागो होया सवेरा। ठंडी
ਸੁੱਤੇ ਰਹਿਣਾ ਕਿਹੜੀ ਗੱਲੇ ਠੰਡੀ ਠੰਡੀ ਹਵਾ ਪਈ ਚਲੇ ਸੁੱਤੇ ਰਹਿਣਾ ਕਿਹੜੀ ਗੱਲੇ ਜਾਗੋ ਹੁਣ ਸੌ ਲਿਆ ਬਥੇਰਾ ਜਾਗੋ ਜਾਗੋ ਹੋਇਆ ਸਵੇਰਾ ਜਿਹੜਾ ਹੁਣ ਤੱਕ ਵੀ ਨਾ ਜਾਗੇ ਖੁਸ਼ੀ ਨਾ ਆਵੇ ਉਸ ਦੇ ਲਾਗੇ ਜਿਹੜਾ ਹੁਣ ਤੱਕ ਵੀ ਨਾ ਜਾਗੇ ਖੁਸ਼ੀ ਨਾ ਆਵੇ ਉਸ ਦੇ ਲਾਗੇ ਕੰਮ ਕਰੋ ਨਾ ਕਰੋ ਅਵੇਰਾ ਜਾਗੋ ਜਾਗੋ ਹੋਇਆ ਸਵੇਰਾ ਜਾਗੋ ਜਾਗੋ ਹੋਇਆ ਸਵੇਰਾ ਸੂਰਜ ਚੜਿਆ ਮਿਟਿਆ ਹਨੇਰਾ ਸੂਰਜ ਚੜਿਆ ਮਿਟਿਆ ਹਨੇਰਾ ਜਾਗੋ ਜਾਗੋ ਹੋਇਆ ਸਵੇਰਾ ਜਾਗੋ ਜਾਗੋ ਹੋਇਆ ਸਵੇਰਾ। ਹਾਂਜੀ ਪਿਆਰੇ ਬੱਚਿਓ, ਹੁਣ ਅਸੀਂ ਇਹ ਕਵਿਤਾ ਕਰ ਲਈ ਹੈ ਤੇ ਘਰ ਦਾ ਕੰਮ ਹੈ ਇਸ ਕਵਿਤਾ ਨੂੰ ਜ਼ੁਬਾਨੀ ਯਾਦ ਕਰਨਾ। ਪਿਆਰੇ ਬੱਚਿਓ, ਅੱਜ ਅਸੀਂ ਜਮਾਤ ਦੂਜੀ ਵਿਸ਼ਾ ਗਣਿਤ ਦਾ ਪੰਨਾ ਨੰਬਰ 71 ਉੱਪਰ ਦਿੱਤੇ ਸਵਾਲ ਜੋੜ ਘਟਾਓ ਵਿੱਚ ਸੰਬੰਧ ਕਰਾਂਗੇ। ਬੱਚਿਓ, ਸਾਨੂੰ ਪਤਾ ਹੈ ਕਿ ਅਸੀਂ ਜੋੜ ਦੇ ਇੱਕ ਤੱਥ ਤੋਂ ਘਟਾਓ ਦੇ ਦੋ ਤੱਥ ਪ੍ਰਾਪਤ ਕਰ ਸਕਦੇ ਹਾਂ ਕਿ ਜਦੋਂ ਅਸੀਂ 17 ਅਤੇ 19 ਨੂੰ ਜੋੜਦੇ ਹਾਂ ਤਾਂ 36 ਆ ਜਾਂਦਾ ਹੈ। ਜਦੋਂ ਅਸੀਂ 36 ਵਿੱਚੋਂ 17 ਨੂੰ ਘਟਾਉਂਦੇ ਹਾਂ ਤਾਂ 19 ਆ ਜਾਂਦਾ ਹੈ। ਇਸੇ ਤਰ੍ਹਾਂ ਹੀ ਜਦੋਂ 36 ਵਿੱਚੋਂ 19 ਨੂੰ ਘਟਾਇਆ ਤਾਂ 17 ਆ ਜਾਂਦਾ ਹੈ। ਅੱਜ ਅਸੀਂ ਘਟਾਓ ਦੇ ਤੱਥ ਨੂੰ ਆਧਾਰ ਬਣ ਕੇ ਜੋੜ ਘਟਾਓ ਵਿੱਚ ਸੰਬੰਧ ਦੇ ਸਵਾਲ ਕਰਾਂਗੇ। ਵੇਖੋ ਬੱਚਿਓ, ਜਦੋਂ ਮੈਂ 23 ਅਤੇ 24 ਨੂੰ ਜੋੜਦੀ ਹਾਂ ਤਾਂ ਉੱਤਰ ਕਿੰਨਾ ਆ ਜਾਂਦਾ ਹੈ? 47। ਹੁਣ ਜਦੋਂ ਮੈਂ ਇਸ 47 ਦੇ ਵਿੱਚੋਂ 23 ਨੂੰ ਘਟਾਉਂਦੀ ਹਾਂ ਤਾਂ ਕਿੰਨਾ ਆ ਗਿਆ ਹੈ? ਹਾਂਜੀ 24। ਤਾਂ ਵੇਖੋ ਬੱਚਿਓ, ਜਦੋਂ ਮੈਂ 47 ਦੇ ਵਿੱਚੋਂ ਪਹਿਲੀ ਰਕਮ ਭਾਵ 23 ਨੂੰ ਘਟਾ ਰਹੀ ਹਾਂ ਤਾਂ ਉੱਤਰ ਕਿੰਨਾ ਆ ਗਿਆ ਹੈ? 24 ਭਾਵ ਦੂਜੀ ਰਕਮ ਆ ਗਈ ਹੈ। ਤਾਂ ਬੱਚਿਓ, ਇਹ ਆਪਾਂ ਜੋੜ ਦੇ ਤੱਥ ਤੋਂ ਘਟਾਓ ਦਾ ਪਹਿਲਾ ਤੱਥ ਪ੍ਰਾਪਤ ਕਰ ਲਿਆ ਹੈ। ਹੁਣ ਵੇਖੋ ਬੱਚਿਓ, ਹੁਣ ਮੈਂ 47 ਦੇ ਵਿੱਚੋਂ ਦੂਸਰੀ ਰਕਮ ਭਾਵ 24 ਨੂੰ ਘਟਾਉਂਦੀ ਹਾਂ ਤਾਂ 47 ਵਿੱਚੋਂ 24 ਘਟਾਉਣ ਤੇ ਕਿੰਨਾ ਆ ਗਿਆ ਹੈ? 23 ਭਾਵ ਪਹਿਲੀ ਰਕਮ ਆ ਗਈ ਹੈ। ਤਾਂ ਇਹ ਆਪਾਂ ਜੋੜ ਦੇ ਤੱਥ ਤੋਂ ਘਟਾਓ ਦਾ ਦੂਜਾ ਤੱਥ ਪ੍ਰਾਪਤ ਕਰ ਲਿਆ ਹੈ। ਬੱਚਿਓ, ਪਤਾ ਲੱਗਿਆ ਜੋੜ ਅਤੇ ਘਟਾਓ ਵਿੱਚ ਸੰਬੰਧ ਦਾ। ਹੁਣ ਵਾਰੀ ਹੈ ਅਗਲੇ ਸਵਾਲ ਦੀ। ਬੱਚਿਓ, ਜਦੋਂ ਮੈਂ 30 ਅਤੇ 40 ਨੂੰ ਜੋੜਦੀ ਹਾਂ ਤਾਂ ਕਿੰਨਾ ਆ ਗਿਆ ਹੈ? ਹਾਂਜੀ 70। ਹੁਣ ਵੇਖੋ ਬੱਚਿਓ, 70 ਵਿੱਚੋਂ ਪਹਿਲੀ ਰਕਮ ਭਾਵ 30 ਘਟਾਉਣ ਤੇ ਕਿੰਨਾ ਬਾਕੀ ਆ ਗਿਆ ਹੈ? 40 ਭਾਵ ਦੂਸਰੀ ਰਕਮ 40 ਬਾਕੀ ਆ ਗਈ ਹੈ। ਤਾਂ ਵੇਖੋ ਬੱਚਿਓ, ਜਦੋਂ 70 ਵਿੱਚੋਂ 30 ਨੂੰ ਘਟਾਇਆ ਤਾਂ ਕਿੰਨਾ ਬਾਕੀ ਰਹਿ ਗਿਆ ਹੈ? 40। ਹੁਣ ਜਦੋਂ ਮੈਂ 70 ਵਿੱਚੋਂ 40 ਨੂੰ ਘਟਾਉਂਦੀ ਹਾਂ ਤਾਂ ਕਿੰਨਾ ਰਹਿ ਗਿਆ ਹੈ? 30 ਭਾਵ ਪਹਿਲੀ ਰਕਮ 30 ਆ ਗਈ ਹੈ।
ਅਗਲਾ ਸਵਾਲ ਕਰਦੇ ਹਾਂ। ਬੱਚਿਓ, ਜਦੋਂ 48 ਅਤੇ 44 ਨੂੰ ਮੈਂ ਜੋੜਦੀ ਹਾਂ ਤਾਂ ਕਿੰਨਾ ਆ ਗਿਆ ਹੈ? ਹਾਂਜੀ ਬੱਚਿਓ, 92। ਹੁਣ ਜਦੋਂ ਮੈਂ 92 ਵਿੱਚੋਂ ਪਹਿਲੀ ਰਕਮ ਨੂੰ ਭਾਵ 48 ਨੂੰ ਘਟਾਉਂਦੀ ਹਾਂ ਤਾਂ ਬਾਕੀ ਕਿੰਨਾ ਰਹਿ ਗਿਆ ਹੈ? 44। ਭਾਵ ਦੂਸਰੀ ਰਕਮ ਜਿੰਨਾ 44 ਬਾਕੀ ਰਹਿ ਗਿਆ ਹੈ। ਹੁਣ ਵੇਖੋ ਬੱਚਿਓ, ਜਦੋਂ ਮੈਂ 92 ਵਿੱਚੋਂ ਦੂਜੀ ਰਕਮ ਭਾਵ 44 ਨੂੰ ਘਟਾਉਂਦੀ ਹਾਂ ਤਾਂ ਕਿੰਨਾ ਆ ਜਾਂਦਾ ਹੈ? ਹਾਂਜੀ, 48। ਤਾਂ ਵੇਖੋ ਬੱਚਿਓ, 48 ਭਾਵ ਪਹਿਲੀ ਰਕਮ ਬਰਾਬਰ ਆ ਗਈ ਹੈ। ਤਾਂ ਬੱਚਿਓ, ਇਸ ਨੂੰ ਹੀ ਅਸੀਂ ਜੋੜ ਅਤੇ ਘਟਾਓ ਵਿੱਚ ਸੰਬੰਧ ਕਹਿੰਦੇ ਹਾਂ। ਬੱਚਿਓ, ਆਪਣਾ ਜੋ ਪੰਜਾਬ ਅਚੀਵਮੈਂਟ ਸਰਵੇ यानी कि पैस का पेपर होना है, उस विच इस तरह का भी प्रश्न पूछा जा सकता है कि 17 विच 15 जोड़न ते 32 प्राप्त हुंदा है, तो 32 विचों 15 घटाउण ते की प्राप्त होवेगा? दसो बच्चों, फिर की प्राप्त होवेगा? हाँ जी, बिल्कुल ठीक। कितना प्राप्त होवेगा? 17। क्योंकि 32 विचों दूजी संख्या घटाउण ते पहली संख्या प्राप्त हो जाएगी। या फिर इस तरह भी प्रश्न पूछा जा सकता है, 17 विच 15 जोड़न ते 32 प्राप्त हुंदा है, तां 32 विचों 17 घटाउण ते की प्राप्त होवेगा? तां बच्चों, जदों इस तरह का प्रश्न पूछा जाएगा तो दसो इसका जवाब की होवेगा? 32 विच 17 घटाउण ते कितना बाकी आवेगा? हाँ जी, बिल्कुल ठीक, 15। बच्चों, घर तो तुसी पन्ना नंबर 71 उपर दिते सवाल जोड़ घटाओ विच संबंध कापियां ते करने हन। Hello dear children, I have written some letters on the board. Any one of you please come and read these letters. I, N, P. Yes, you are right. These are I, N and P. Children, can you make any word from these letters? No, ma'am. Okay. Now I am going to rearrange these letters. Now read these letters again. P, I, N, pin. Yes, you are right. P-I-N, pin. Now there is a word P-I-N, pin, which is formed using these letters. Children, today we are going to rearrange the letters to make words. The first set of letters is I, S, T. Let's rearrange these letters to make a meaningful word. Let's first write the letter T, then I, and then S. T-I-S. Is it a proper word? No, ma'am. Okay, let's do in some other way. S-I-T. Now tell me, is it a proper word? Yes, ma'am. S-I-T, sit. Yes, S-I-T, sit. Let's take another set of letters. G-I-W. Now children, it's your turn. Think and answer. Ma'am, we will write W-I-G, wig. Very good, Rashmi.
the word we get is wig. Children, here you can see one more set of letters, I, M, D. Rearrange the letters to make a proper word. Ma'am, I know the word is D-I-M, dim. Yes, you are right. No, ma'am, the word is M-I-T, mid. Geeta, you are also right. Both the words are correct. D-I-M, dim, M-I-T, mid. You can arrange in any way, okay? Let's move to the next set of letters. X, I, F. Rearrange the letters to get a proper word. Ma'am, the word will be F-I-X, fix. That's very good. Here is the next set of letters. I, H, D. Ma'am, I know the word is H-I-D, hid. That's very nice. All of you have done very well. Now it's time to note down your homework. Note down the words that we have done today, and I am giving you some more set of letters also. Rearrange these letters to make proper words. ਪਿਆਰੇ ਬੱਚਿਓ, ਕੱਲ ਮੈਨੂੰ ਦੀਪੂ ਦੀ ਮੰਮੀ ਦਾ ਫੋਨ ਆਇਆ ਸੀ। ਉਹ ਕਹਿੰਦੇ ਕਿ ਭੈਣ ਜੀ, ਦੀਪੂ ਨੇ ਪਿਛਲੇ ਕਈ ਪਾਠ ਬਹੁਤ ਮਨ ਲਾ ਕੇ ਪੜ੍ਹੇ ਹਨ ਤੇ ਹੁਣ ਦੀਪੂ ਦਾ ਮਨ ਇੱਕ ਕਵਿਤਾ ਪੜ੍ਹਨ ਨੂੰ ਕਰ ਰਿਹਾ ਹੈ। ਤੁਸੀਂ ਕੋਈ ਕਵਿਤਾ ਹੀ ਪੜ੍ਹਾ ਦਿਓ। ਮੈਂ ਕਿਹਾ ਹਾਂਜੀ ਬਿਲਕੁਲ ਭੈਣ ਜੀ, ਮੈਂ ਇੱਕ ਬੜੀ ਮਜ਼ੇਦਾਰ ਕਵਿਤਾ ਤਿਆਰ ਕੀਤੀ ਹੈ ਤੇ ਉਹ ਵੀ ਦੀਪੂ ਦੀ ਹੀ ਤੀਜੀ ਜਮਾਤ ਦੀ ਪੰਜਾਬੀ ਦੀ ਕਿਤਾਬ ਵਿੱਚੋਂ। ਚਲੋ ਫਿਰ ਬੱਚਿਓ, ਤੁਸੀਂ ਵੀ ਆਪਣੀਆਂ ਪੰਜਾਬੀ ਦੀਆਂ ਕਿਤਾਬਾਂ ਨੂੰ ਪੰਨਾ ਨੰਬਰ 50 ਤੇ ਖੋਲੋ। ਅੱਜ ਆਪਾਂ ਪਾਠ 10 ਆਲੇ ਭੋਲੇ ਪੜਾਂਗੇ, ਜੋ ਕਿ ਇੱਕ ਕਵਿਤਾ ਹੈ। ਆਲੇ ਭੋਲੇ ਘੁੱਗੂ ਕੋੜੇ, ਗਾਲੜ ਤੋਤੇ ਚਿੜੀਆਂ ਕਾਂ। ਆਲੇ ਭੋਲੇ ਘੁੱਗੂ ਕੋੜੇ, ਗਾਲੜ ਤੋਤੇ ਚਿੜੀਆਂ ਕਾਂ। ਨੀਲਾ ਅੰਬਰ ਸਭ ਦੇ ਨਾਂ, ਨੀਲਾ ਅੰਬਰ ਸਭ ਦੇ ਨਾਂ। ਜੰਗਲ ਬੇਲੇ ਨਦੀਆਂ ਨਾਲੇ, ਜੀਵ ਜਿਵਾਲੇ ਰੰਗ ਬਰੰਗੇ ਚਿੱਟੇ ਕਾਲੇ। ਜੰਗਲ ਬੇਲੇ ਨਦੀਆਂ ਨਾਲੇ, ਜੀਵ ਜਿਵਾਲੇ ਰੰਗ ਬਰੰਗੇ ਚਿੱਟੇ ਕਾਲੇ। ਆਜਾ ਤੂੰ ਵੀ ਗੋਰੀ ਗਾਂ, ਸਭ ਲਈ ਇੱਥੇ ਖੁੱਲੀ ਥਾਂ। ਆਜਾ ਤੂੰ ਵੀ ਗੋਰੀ ਗਾਂ, ਸਭ ਲਈ ਇੱਥੇ ਖੁੱਲੀ ਥਾਂ। ਲੁਕਣ ਮੀਟੀ ਢੋਲ ਟਮੱਕਾ, ਕੌਡ ਕਬੱਡੀ ਗੁੱਲੀ ਡੰਡਾ। ਲੁਕਣ ਮੀਟੀ ਢੋਲ ਟਮੱਕਾ, ਕੌਡ ਕਬੱਡੀ ਗੁੱਲੀ ਡੰਡਾ। ਕਿਤੇ ਵੀ ਬਹਿ ਕੇ ਕੁਝ ਵੀ ਖੇਡੋ, ਮੇਰ ਤੇਰ ਦੀ ਕੋਈ ਨਾ ਥਾਂ। ਕਿਤੇ ਵੀ ਬਹਿ ਕੇ ਕੁਝ ਵੀ ਖੇਡੋ, ਮੇਰ ਤੇਰ ਦੀ ਕੋਈ ਨਾ ਥਾਂ। ਆਪਣੀ ਸਾਰੀ ਠੰਡੀ ਛਾਂ, ਸਾਰਾ ਮੁਲਕ ਹੈ ਇੱਕ ਗਰਾਂ। ਆਪਣੀ ਸਾਰੀ ਠੰਡੀ ਛਾਂ, ਸਾਰਾ ਮੁਲਕ ਹੈ ਇੱਕ ਗਰਾਂ। ਆਲੇ ਭੋਲੇ ਘੁੱਗੂ ਕੋੜੇ, ਗਾਲੜ ਤੋਤੇ ਚਿੜੀਆਂ ਕਾਂ। ਨੀਲਾ ਅੰਬਰ ਸਭ ਦੇ ਨਾਂ, ਨੀਲਾ ਅੰਬਰ ਸਭ ਦੇ ਨਾਂ। ਸਾਰਾ ਮੁਲਕ ਹੈ ਇੱਕ ਗਰਾਂ, ਸਾਰਾ ਮੁਲਕ ਹੈ ਇੱਕ ਗਰਾਂ। ਬੱਚਿਓ, ਇਸ ਕਵਿਤਾ ਵਿੱਚ ਭੋਲੇ ਭਾਲੇ ਬੱਚਿਆਂ ਦੀ ਦੁਨੀਆ ਦੀ ਗੱਲ ਕੀਤੀ ਗਈ ਹੈ। ਪਰਮਾਤਮਾ ਦੀ ਬਣਾਈ ਇਸ ਦੁਨੀਆ ਵਿੱਚ ਸਾਰੇ ਛੋਟੇ ਵੱਡੇ ਪੰਛੀ ਇੱਕੋ ਨੀਲੇ ਅੰਬਰ ਵਿੱਚ ਉਡਾਰੀਆਂ ਮਾਰਦੇ ਹਨ। ਚਿੱਟੇ ਕਾਲੇ ਦਾ ਕੋਈ ਭੇਦ ਨਹੀਂ ਹੈ। ਸਾਰੇ ਬੱਚੇ ਆਪਣੀ ਪਸੰਦ ਦੀ ਖੇਡ ਕਿਤੇ ਵੀ ਬਹਿ ਕੇ ਖੇਡ ਸਕਦੇ ਹਨ। ਕੋਈ ਵੀ ਚੀਜ਼ ਤੇਰੀ ਨਹੀਂ ਤੇ ਕੋਈ ਵੀ ਚੀਜ਼ ਮੇਰੀ ਨਹੀਂ। ਸਾਰਾ ਮੁਲਕ ਸਾਡਾ ਸਭ ਦਾ ਹੈ। ਆਓ ਸਾਰੇ ਮਿਲ ਕੇ ਇਸ ਦੀ ਠੰਡੀ ਮਿੱਠੀ ਛਾਂ ਦਾ ਆਨੰਦ ਮਾਣੀਏ। ਬੱਚਿਓ, ਅੱਜ ਦਾ ਤੁਹਾਡਾ ਘਰ ਦਾ ਕੰਮ ਹੈ ਕਿ ਤੁਸੀਂ ਇਸ ਕਵਿਤਾ ਨੂੰ ਆਪਣੀ ਪੰਜਾਬੀ ਦੀ ਕਾਪੀ ਵਿੱਚ ਬਹੁਤ ਸੋਹਣੀ ਲਿਖਾਈ ਵਿੱਚ ਲਿਖਣਾ ਹੈ ਤੇ ਬਿਲਕੁਲ ਇਸੇ ਤਰ੍ਹਾਂ ਗਾਉਣਾ ਹੈ ਜਿਵੇਂ ਅਸੀਂ ਅੱਜ ਆਪਣੀ ਜਮਾਤ ਵਿੱਚ ਗਾਇਆ ਹੈ। ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ। ਕੱਲ ਆਪਾਂ ਸ਼ਾਬਦਿਕ ਸਵਾਲ ਹੱਲ ਕਰਨੇ ਸਿੱਖੇ ਹਨ। ਆਓ
ਅੱਜ ਆਪਾਂ ਪੰਨਾ ਨੰਬਰ 81 ਉੱਤੇ ਦਿੱਤੇ ਕੁਝ ਹੋਰ ਸ਼ਾਬਦਿਕ ਸਵਾਲ ਹੱਲ ਕਰੀਏ। ਸਾਡਾ ਪਹਿਲਾ ਸਵਾਲ ਹੈ, ਇੱਕ ਹੱਥ ਦੀਆਂ 5 ਉਂਗਲਾਂ ਹਨ, 2 ਹੱਥਾਂ ਦੀਆਂ ਉਂਗਲਾਂ ਦੱਸੋ। ਦੇਖੋ ਪਿਆਰੇ ਬੱਚਿਓ, ਇੱਕ ਹੱਥ ਦੀਆਂ 1 2 3 4 5 ਉਂਗਲਾਂ ਹਨ। ਇਸੇ ਤਰ੍ਹਾਂ ਦੂਜੇ ਹੱਥ ਦੀਆਂ ਵੀ 5 ਉਂਗਲਾਂ ਹਨ। 1 2 2 ਵਾਰ 5, 2 5 10, 2 ਹੱਥਾਂ ਦੀਆਂ 10 ਉਂਗਲਾਂ ਹਨ। ਪਿਆਰੇ ਬੱਚਿਓ, ਪਹਿਲੇ ਸਵਾਲ ਦਾ ਉੱਤਰ ਹੈ 2 5 10। ਦੂਜਾ ਸਵਾਲ ਹੈ, ਇੱਕ ਕੁਰਸੀ ਦੀਆਂ 4 ਲੱਤਾਂ ਹਨ, 5 ਕੁਰਸੀਆਂ ਦੀਆਂ ਲੱਤਾਂ ਦੱਸੋ। ਪਿਆਰੇ ਬੱਚਿਓ, ਇੱਕ ਕੁਰਸੀ ਦੀਆਂ 1 2 3 4 4 ਲੱਤਾਂ ਹਨ। ਇਸੇ ਤਰ੍ਹਾਂ ਬੱਚਿਓ, ਸਾਰੀਆਂ ਕੁਰਸੀਆਂ ਦੀਆਂ 4 ਲੱਤਾਂ ਹਨ। ਸਾਡੇ ਕੋਲ ਇੱਥੇ 1 2 3 4 5 ਵਾਰ 4 ਹੈ, ਭਾਵ 5 ਚੌਕੇ 20। ਤੇ ਦੂਜੇ ਸਵਾਲ ਦਾ ਉੱਤਰ ਹੈ 5 ਚੌਕੇ 20। ਸਾਡਾ ਅਗਲਾ ਸਵਾਲ ਹੈ, ਇੱਕ ਗੁਬਾਰਾ 5 ਰੁਪਏ ਦਾ ਹੈ, 4 ਗੁਬਾਰਿਆਂ ਦਾ ਮੁੱਲ ਦੱਸੋ। ਇੱਕ ਗੁਬਾਰਾ 5 ਰੁਪਏ ਦਾ ਹੈ। ਇਸੇ ਤਰ੍ਹਾਂ ਬੱਚਿਓ, ਸਾਰੇ ਗੁਬਾਰੇ 5 ਰੁਪਏ ਦੇ ਹਨ। ਸਾਡੇ ਕੋਲ 1 2 3 4 4 ਵਾਰ 5, ਭਾਵ 4 ਗੁਣਾ 5, ਇਸ ਨੂੰ ਅਸੀਂ ਪੜ੍ਹਦੇ ਹਾਂ 4 5 20। ਤਾਂ ਬੱਚਿਓ, ਇਸ ਸਵਾਲ ਦਾ ਉੱਤਰ 4 5 20 ਹੈ। ਸਾਡਾ ਅਗਲਾ ਸਵਾਲ ਹੈ, ਇੱਕ ਟਾਫੀ 2 ਰੁਪਏ ਦੀ ਹੈ, 4 ਟਾਫੀਆਂ ਦਾ ਮੁੱਲ ਦੱਸੋ। ਬੱਚਿਓ, ਇੱਕ ਟਾਫੀ 2 ਰੁਪਏ ਦੀ ਹੈ। ਇਸੇ ਤਰ੍ਹਾਂ ਬੱਚਿਓ, ਸਾਰੀਆਂ ਟਾਫੀਆਂ 2 ਰੁਪਏ ਦੀਆਂ ਹਨ। ਸਾਡੇ ਕੋਲ 1 2 3 4 4 ਵਾਰ 2 ਹੈ, ਭਾਵ 4 ਦੂਣੀ 8। ਪਿਆਰੇ ਬੱਚਿਓ, 4 ਟਾਫੀਆਂ ਦਾ ਮੁੱਲ 4 ਦੂਣੀ 8 ਰੁਪਏ ਹੈ। ਇੱਕ ਬਿੱਲੀ ਦੀਆਂ 4 ਲੱਤਾਂ ਹਨ, 10 ਬਿੱਲੀਆਂ ਦੀਆਂ ਲੱਤਾਂ ਦੱਸੋ। ਪਿਆਰੇ ਬੱਚਿਓ, ਇੱਕ ਬਿੱਲੀ ਦੀਆਂ 4 ਲੱਤਾਂ ਹੁੰਦੀਆਂ ਹਨ। ਇਸੇ ਤਰ੍ਹਾਂ ਬੱਚਿਓ, ਸਾਰੀਆਂ ਬਿੱਲੀਆਂ ਦੀਆਂ 4 ਲੱਤਾਂ ਹੁੰਦੀਆਂ ਹਨ। ਸਾਡੇ ਕੋਲ ਇੱਥੇ 4 1 2 3 4 5 6 7 8 9 10 10 ਵਾਰ 4 ਹੈ, ਭਾਵ 10 ਚੌਕੇ 40। 10 ਬਿੱਲੀਆਂ ਦੀਆਂ 40 ਲੱਤਾਂ ਹਨ। ਪਿਆਰੇ ਬੱਚਿਓ, ਇਸ ਦਾ ਉੱਤਰ ਹੈ 10 ਚੌਕੇ 40। 10 ਬਿੱਲੀਆਂ ਦੀਆਂ 40 ਲੱਤਾਂ ਹਨ। ਅੱਜ ਆਪਾਂ ਇਹ ਸਵਾਲ ਹੱਲ ਕੀਤੇ ਹਨ। ਬਹਿਸ ਦੀ ਤਿਆਰੀ ਲਈ ਮੈਂ ਇਹਨਾਂ ਵਿੱਚੋਂ ਹੀ ਤੁਹਾਡੇ ਤੋਂ ਸਵਾਲ ਪੁੱਛ ਰਹੀ ਹਾਂ। ਤਾਂ ਦੱਸੋ ਬੱਚਿਓ, ਇਹਨਾਂ ਵਿੱਚੋਂ ਕਿਹੜੇ ਸਵਾਲ ਦਾ ਉੱਤਰ 1 ਦਹਾਈ ਦੇ ਬਰਾਬਰ ਹੈ। ਸ਼ਾਬਾਸ਼, 10, ਕਿਉਂਕਿ 10 1 ਦਹਾਈ ਦੇ ਬਰਾਬਰ ਹੈ। ਬੱਚਿਓ, ਇਹਨਾਂ ਉੱਤਰਾਂ ਦੇ ਵਿੱਚੋਂ ਹੀ ਇੱਕ ਹੋਰ ਪ੍ਰਸ਼ਨ ਹੈ, ਕਿਹੜੀ ਸੰਖਿਆ 1 ਦਹਾਈ ਤੋਂ ਘੱਟ ਹੈ। ਦੇਖੋ ਬੱਚਿਓ, ਸਾਡੇ ਕੋਲ ਹਨ 10 20 8 40। ਹਾਂਜੀ ਬੱਚਿਓ, ਕੀ ਉੱਤਰ ਦਿਓਗੇ ਤੁਸੀਂ? ਕੀ ਸਹੀ ਉੱਤਰ ਹੋਵੇਗਾ? ਹਾਂਜੀ, ਸਾਡਾ ਸਹੀ ਉੱਤਰ ਹੋਵੇਗਾ ਉੱਤਰ ਨੰਬਰ 3 8। 8 ਜਿਹੜਾ ਹੈ 1 ਦਹਾਈ ਤੋਂ ਘੱਟ ਹੈ। ਘਰ ਦੇ ਕੰਮ ਵਿੱਚ ਤੁਸੀਂ ਪੰਨਾ ਨੰਬਰ 81 ਉੱਤੇ ਦਿੱਤੇ ਹੋਏ ਇਹਨਾਂ ਸਵਾਲਾਂ ਨੂੰ ਆਪਣੀ ਕਾਪੀ ਵਿੱਚ ਲਿਖ ਕੇ ਹੱਲ ਕਰਨਾ ਹੈ। ਧੰਨਵਾਦ। Hello students, today we will discuss new words of lesson number 4. The first word is clock. Look here students, it's a clock. It tells us time. C-L-O-C-K, ock. Clock. Clock. It's 3 o'clock. Next is parents. Look at the picture. The girl is sitting with her parents. Mother, father, parents. Look here. P-A, pet. R-E-N-T, rent, with S. Parents. Parents. Mother and father are parents. Next we have stop. Stop. Look here. A policeman is showing
his hand. He's saying to stop. Pause. You must have seen this sign on the road. Stop. S-T-O-P. Stop. 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 Let's read the next word. Uniform. Uniform. Look here. The doctor, the boy, and the lawyer, all of them are wearing their uniform. Their special clothes. Try to read it. Uni, U-N-I, uni. F-O-R-M, form. R is silent here. Form. Uni, form. Uniform. Next we have punctual. Punctual. Look here, students. The girl is going to her school. Her school timings are 8 o'clock. She reaches school at 8 o'clock. She is very punctual. On time. Punctual means on time. Let's read the word again. P-U-N-C. Punc. T-U-A-L-L. Punctual. Punctual. The last word is strikes. Strikes. Look here, students. Strikes means when the clock rings to tell the exact time. The clock strikes at 8 o'clock. It rings at 8 o'clock. Can you hear that? It strikes at 8 o'clock. Now the clock strikes at 6 o'clock. 6 o'clock. Strikes. Let's read the word. S-T, R-I-K-E, right? With S. Strikes. Right? Strikes. Right? Let's read the words again. Clock, parents, parents. Stop. Uniform, punctual, strikes. Now it's time for your homework, and your homework is to write these words. ਤੀਜੀ ਜਮਾਤ ਦੇ ਪਿਆਰੇ ਵਿਦਿਆਰਥੀਓ, ਪਾਠ 10ਵਾਂ ਪਰਿਵਾਰ ਅਤੇ ਜਾਨਵਰ ਦੇ ਪਿਛਲੇ ਹਿੱਸੇ ਵਿੱਚ ਤੁਸੀਂ ਨੂਰਾਂ ਦੇ ਪਰਿਵਾਰ ਬਾਰੇ ਜਾਣ ਚੁੱਕੇ ਹੋ। ਆਓ ਹੁਣ ਅਸੀਂ ਉਹਨਾਂ ਨਾਲ ਸੰਬੰਧਿਤ ਕੁਝ ਪ੍ਰਸ਼ਨਾਂ ਤੇ ਚਰਚਾ ਕਰੀਏ। ਪ੍ਰਸ਼ਨ ਪਹਿਲਾ, ਖਾਲੀ ਥਾਵਾਂ ਭਰੋ। ਊੜਾ ਡੈਸ਼ ਇੱਕ ਸੰਪੂਰਨ ਖੁਰਾਕ ਹੈ। ਦੁੱਧ ਇੱਕ ਸੰਪੂਰਨ ਖੁਰਾਕ ਹੈ ਕਿਉਂਕਿ ਇਸ ਵਿੱਚ ਸਾਰੇ ਪੋਸ਼ਕ ਤੱਤ ਹੁੰਦੇ ਹਨ। ਐੜਾ ਸਾਡੇ ਪਰਿਵਾਰ ਦੇ ਸਾਰੇ ਮੈਂਬਰ ਡੈਸ਼ ਤਰ੍ਹਾਂ ਦਾ ਭੋਜਨ ਪਸੰਦ ਕਰਦੇ ਹਨ। ਬੱਚਿਓ, ਸਾਡੇ ਪਰਿਵਾਰ ਦੇ ਸਾਰੇ ਮੈਂਬਰ ਆਪਣੀ ਉਮਰ, ਕੰਮ ਅਤੇ ਸਰੀਰਕ ਲੋੜਾਂ ਦੇ ਅਨੁਸਾਰ ਵੱਖ-ਵੱਖ ਤਰ੍ਹਾਂ ਦਾ ਭੋਜਨ ਪਸੰਦ ਕਰਦੇ ਹਨ। ਈੜੀ ਕੁਝ ਖਾਦ ਪਦਾਰਥ ਡੈਸ਼ ਕੇ ਵੀ ਲਿਆਉਂਦੇ ਹਨ। ਕਿਵੇਂ ਲਿਆਉਂਦੇ ਹਨ? ਖਰੀਦ ਕੇ ਵੀ ਲਿਆਉਂਦੇ ਹਨ। ਸੱਸਾ 버ਗਰ ਅਤੇ ਨਿਊਡਲ ਖਾਣ ਨਾਲ ਡੈਸ਼ ਹੋ ਜਾਂਦਾ ਹੈ। ਬੱਚਿਓ, ਤੁਸੀਂ ਜਾਣਦੇ ਹੀ ਹੋ ਕਿ 버ਗਰ ਅਤੇ ਨਿਊਡਲਸ ਜੰਕ ਫੂਡ ਹੁੰਦੇ ਹਨ ਅਤੇ ਜੰਕ ਫੂਡ ਖਾਣ ਨਾਲ ਮੋਟਾਪਾ ਹੋ ਜਾਂਦਾ ਹੈ। ਹਾਹਾ ਸਾਡੇ ਘਰ ਵਿੱਚ ਡੈਸ਼ ਖਾਣਾ ਬਣਾਉਂਦੇ ਹਨ। ਹਾਂਜੀ, ਸਾਡੇ ਘਰੇ ਕੌਣ ਖਾਣਾ ਬਣਾਉਂਦਾ ਹੈ? ਬਿਲਕੁਲ ਠੀਕ ਆ, ਮਾਤਾ ਜੀ ਖਾਣਾ ਬਣਾਉਂਦੇ ਹਨ। ਪ੍ਰਸ਼ਨ ਦੂਜਾ, ਹਲਕਾ ਫੁਲਕਾ ਭੋਜਨ ਕਿਹੜਾ ਹੁੰਦਾ ਹੈ? ਬੱਚਿਓ, ਹਲਕਾ ਫੁਲਕਾ ਭੋਜਨ ਉਹ ਹੁੰਦਾ ਹੈ ਜਿਹੜਾ ਭੋਜਨ ਆਸਾਨੀ ਨਾਲ ਹਜਮ ਹੋ ਜਾਂਦਾ ਹੈ, ਜਿਵੇਂ ਦਲੀਆ, ਖਿਚੜੀ, ਗਾਂ ਦਾ ਦੁੱਧ ਆਦਿ। ਪ੍ਰਸ਼ਨ ਤੀਜਾ, ਨੂਰਾਂ ਦੇ ਪਿਤਾ ਜੀ ਕਿਹੜਾ ਖਾਦ ਪਦਾਰਥ ਬਾਜ਼ਾਰ ਵਿੱਚੋਂ ਲੈ ਕੇ ਆਉਂਦੇ ਹਨ? ਨੂਰਾਂ ਦੇ ਪਿਤਾ ਜੀ ਬਾਜ਼ਾਰ ਵਿੱਚੋਂ ਬਨਸਪਤੀ ਘਿਓ, ਤੇਲ, ਨਮਕ, ਮਸਾਲੇ ਆਦਿ ਲੈ ਕੇ ਆਉਂਦੇ ਹਨ। ਪ੍ਰਸ਼ਨ ਚੌਥਾ, ਨੂਰਾਂ ਦੇ ਭਰਾ ਨੂੰ ਦੁੱਧ ਦੇ ਨਾਲ-ਨਾਲ ਉਸਦੇ ਮਾਤਾ ਜੀ ਕੀ ਖਾਣ ਨੂੰ ਦੇਣਗੇ? ਪਾਠ ਵੀ ਤੁਸੀਂ ਇਹ ਪੜ੍ਹ ਚੁੱਕੇ ਹੋ ਕਿ
ਕਿ ਨੂਰਾਂ ਦਾ ਭਰਾ 6 ਮਹੀਨੇ ਦਾ ਹੈ ਤੇ ਉਸਦੇ ਮਾਤਾ ਜੀ ਉਸਦੇ ਵੱਡੇ ਹੋਣ ਤੇ ਉਸ ਨੂੰ ਦੁੱਧ ਦੇ ਨਾਲ ਨਾਲ ਕੇਲਾ, ਦਲੀਆ, ਦਾਲਾਂ, ਸਬਜ਼ੀਆਂ ਦਾ ਪਾਣੀ ਅਤੇ ਉਬਲਿਆ ਹੋਇਆ ਆਂਡਾ ਵੀ ਦੇਣਗੇ। ਬੱਚਿਓ, ਤੁਹਾਡਾ ਘਰ ਦਾ ਕੰਮ ਇਹ ਹੈ ਕਿ ਤੁਸੀਂ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਸੁੰਦਰ ਲਿਖਾਈ ਵਿੱਚ ਆਪਣੀ ਕਾਪੀ ਉੱਤੇ ਲਿਖਣੇ ਹਨ। ਪਿਆਰੇ ਵਿਦਿਆਰਥੀਓ, ਮੇਰੇ ਨਿਸ਼ਾਨੇ ਕਵਿਤਾ ਨੂੰ ਆਪਾਂ ਗਾ ਕੇ ਪੜ੍ਹਨਾ ਹੈ। ਤੁਸੀਂ ਸਾਰਿਆਂ ਨੇ ਮੇਰੇ ਨਾਲ ਨਾਲ ਗਾਉਣਾ ਹੈ। ਆਓ ਫਿਰ ਗਾਈਏ। ਮੈਂ ਭਾਰਤ ਦੀ ਸ਼ਾਨ ਬਣਾਂਗਾ, ਮੈਂ ਭਾਰਤ ਦੀ ਸ਼ਾਨ ਬਣਾਂਗਾ, ਭਾਵੇਂ ਅੱਜ ਹਾਂ ਛੋਟਾ ਬੱਚਾ ਪਰ ਮੈਂ ਕਦੇ ਮਹਾਨ ਬਣਾਂਗਾ। ਮੈਂ ਭਾਰਤ ਦੀ ਸ਼ਾਨ ਬਣਾਂਗਾ, ਮੈਂ ਭਾਰਤ ਦੀ ਸ਼ਾਨ ਬਣਾਂਗਾ, ਕਰਕੇ ਮਨ ਦੇ ਨਾਲ ਪੜ੍ਹਾਈ ਉੱਚੀ ਉੱਚੀ ਵਿਦਿਆ ਪਾ ਕੇ, ਪੂਰੀ ਪਰਮੀ ਮਿਹਨਤ ਕਰਕੇ ਸੂਝ ਵਧਾ ਕੇ ਗਿਆਨ ਵਧਾ ਕੇ, ਕਰਕੇ ਮਨ ਦੇ ਨਾਲ ਪੜ੍ਹਾਈ ਉੱਚੀ ਉੱਚੀ ਵਿਦਿਆ ਪਾ ਕੇ, ਪੂਰੀ ਪਰਮੀ ਮਿਹਨਤ ਕਰਕੇ ਸੂਝ ਵਧਾ ਕੇ ਗਿਆਨ ਵਧਾ ਕੇ, ਮੈਂ ਚੰਗਾ ਵਿਦਵਾਨ ਬਣਾਂਗਾ, ਮੈਂ ਭਾਰਤ ਦੀ ਸ਼ਾਨ ਬਣਾਂਗਾ, ਮੈਂ ਭਾਰਤ ਦੀ ਸ਼ਾਨ ਬਣਾਂਗਾ। ਮੇਰੀਆਂ ਅੱਖਾਂ ਦੇ ਵਿੱਚ ਰਹਿਣ ਦੇਸ ਮੇਰੇ ਦੇ ਹੱਦਾਂ ਬੰਨੇ, ਤੱਕੇਗਾ ਨਾ ਮੇਰੇ ਹੁੰਦਿਆਂ ਕੋਈ ਮੇਰੇ ਭਾਰਤ ਵੰਨੇ। ਮੇਰੀਆਂ ਅੱਖਾਂ ਦੇ ਵਿੱਚ ਰਹਿਣ ਦੇਸ ਮੇਰੇ ਦੇ ਹੱਦਾਂ ਬੰਨੇ, ਤੱਕੇਗਾ ਨਾ ਮੇਰੇ ਹੁੰਦਿਆਂ ਕੋਈ ਮੇਰੇ ਭਾਰਤ ਵੰਨੇ। ਮੈਂ ਫੌਜੀ ਕਪਤਾਨ ਬਣਾਂਗਾ, ਮੈਂ ਭਾਰਤ ਦੀ ਸ਼ਾਨ ਬਣਾਂਗਾ, ਮੈਂ ਭਾਰਤ ਦੀ ਸ਼ਾਨ ਬਣਾਂਗਾ। ਹਿੰਦੂ ਮੁਸਲਮ ਸਿੱਖ ਈਸਾਈ ਮੈਨੂੰ ਕੋਈ ਨਹੀਂ ਪਰਾਇਆ, ਲੱਗਦਾ ਮੈਨੂੰ ਆਪਣੇ ਵਾਂਗਰ ਹਰ ਇੱਕ ਭਾਰਤ ਮਾਂ ਦਾ ਜਾਇਆ। ਹਿੰਦੂ ਮੁਸਲਮ ਸਿੱਖ ਈਸਾਈ ਮੈਨੂੰ ਕੋਈ ਨਹੀਂ ਪਰਾਇਆ, ਲੱਗਦਾ ਮੈਨੂੰ ਆਪਣੇ ਵਾਂਗਰ ਹਰ ਇੱਕ ਭਾਰਤ ਮਾਂ ਦਾ ਜਾਇਆ। ਮੈਂ ਭਾਰਤ ਦੀ ਜਿੰਦ ਜਾਨ ਬਣਾਂਗਾ, ਮੈਂ ਭਾਰਤ ਦੀ ਸ਼ਾਨ ਬਣਾਂਗਾ, ਮੈਂ ਭਾਰਤ ਦੀ ਸ਼ਾਨ ਬਣਾਂਗਾ। ਸੌਂਪ ਦੇਗੀ ਜੋ ਕੰਮ ਮੈਨੂੰ ਭਾਰਤ ਮਾਤਾ ਯੋਗ ਬਣਾ ਕੇ, ਉਹੀ ਮੇਰਾ ਧਰਮ ਬਣੇਗਾ ਤੋੜ ਚੜਾ ਸਾਂ ਤਨ ਮਨ ਲਾ ਕੇ। ਸੌਂਪ ਦੇਗੀ ਜੋ ਕੰਮ ਮੈਨੂੰ ਭਾਰਤ ਮਾਤਾ ਯੋਗ ਬਣਾ ਕੇ, ਉਹੀ ਮੇਰਾ ਧਰਮ ਬਣੇਗਾ ਤੋੜ ਚੜਾ ਸਾਂ ਤਨ ਮਨ ਲਾ ਕੇ। ਮੈਂ ਚੰਗੀ ਸੰਤਾਨ ਬਣਾਂਗਾ, ਮੈਂ ਭਾਰਤ ਦੀ ਸ਼ਾਨ ਬਣਾਂਗਾ, ਮੈਂ ਭਾਰਤ ਦੀ ਸ਼ਾਨ ਬਣਾਂਗਾ। ਇੱਕੋ ਨੂਰ ਹੈ ਸਭਨਾ ਅੰਦਰ, ਝੂਠੀਆਂ ਨੇ ਸਭ ਜਾਤਾਂ ਪਾਤਾਂ, ਉੱਡ ਜਾਣੇ ਨੇ ਮੈਨੂੰ ਤੱਕ ਕੇ ਊਚ ਨੀਚ ਤਾਸ਼ੂਤਾਂ ਛਾਤਾਂ। ਇੱਕੋ ਨੂਰ ਹੈ ਸਭਨਾ ਅੰਦਰ, ਝੂਠੀਆਂ ਨੇ ਸਭ ਜਾਤਾਂ ਪਾਤਾਂ, ਉੱਡ ਜਾਣੇ ਨੇ ਮੈਨੂੰ ਤੱਕ ਕੇ ਊਚ ਨੀਚ ਤਾਸ਼ੂਤਾਂ ਛਾਤਾਂ। ਮੈਂ ਐਸਾ ਤੂਫਾਨ ਬਣਾਂਗਾ, ਮੈਂ ਭਾਰਤ ਦੀ ਸ਼ਾਨ ਬਣਾਂਗਾ, ਮੈਂ ਭਾਰਤ ਦੀ ਸ਼ਾਨ ਬਣਾਂਗਾ। ਪਿਆਰੇ ਬੱਚਿਓ, ਤੁਸੀਂ ਵੀ ਇਸ ਕਵਿਤਾ ਨੂੰ ਇਸੇ ਤਰ੍ਹਾਂ ਗਾ ਕੇ ਸਿੱਖਣਾ ਹੈ ਅਤੇ ਯਾਦ ਕਰਨਾ ਹੈ। ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ, ਜਮਾਤ ਚੌਥੀ ਵਿਸ਼ਾ ਗਣਿਤ ਪਾਠ 3 ਭਿੰਨਾਤਮਕ ਸੰਖਿਆਵਾਂ ਵਿੱਚੋਂ ਅੱਜ ਅਸੀਂ ਅਭਿਆਸ 3.1 ਦੇ ਸਵਾਲ ਹੱਲ ਕਰਾਂਗੇ ਤੇ ਆਓ ਸ਼ੁਰੂ ਕਰੀਏ। ਬੱਚਿਓ, ਭਿੰਨਾਂ ਵਿੱਚ ਤੁਸੀਂ ਹੁਣ ਤੱਕ ਅੱਧਾ, 1/4, 1/3 ਅਤੇ 3/4 ਬਾਰੇ ਸਮਝ ਚੁੱਕੇ ਹੋ। ਅੱਜ ਅਸੀਂ ਇੱਕ ਵਾਰ ਫਿਰ ਉਸ ਦੀ ਦੁਹਰਾਈ ਕਰਦੇ ਹੋਏ ਅਭਿਆਸ ਸ਼ੁਰੂ ਕਰਾਂਗੇ। ਬੱਚਿਓ, ਪੂਰਨ ਕੀ ਹੈ? ਪੂਰਨ ਪੂਰਾ ਗੋਲਾ ਪੂਰਨ ਭਾਗ ਹੈ। ਇਸ ਪੂਰਨ ਨੂੰ ਜਿੰਨੇ ਬਰਾਬਰ ਭਾਗਾਂ ਵਿੱਚ ਵੰਡਿਆ ਹੈ ਉਸ ਨੂੰ ਹਰ ਕਹਿੰਦੇ ਹਨ। ਬੱਚਿਓ, ਇਸ ਤਰ੍ਹਾਂ ਦੇ ਅਸੀਂ ਦੋ ਗੋਲਾਕਾਰ ਆਕ੍ਰਿਤੀਆਂ ਲਈਆਂ ਹਨ। ਇਹਨਾਂ ਵਿੱਚ ਅਸੀਂ ਇੱਕ ਕੱਟ ਲਗਾਇਆ ਹੈ। ਇਹਨਾਂ ਕੱਟਸ ਨੂੰ ਅਸੀਂ ਆਪਸ ਵਿੱਚ
ਇਸ ਤਰ੍ਹਾਂ ਮਿਲਾ ਲੈਂਦੇ ਹਾਂ। ਇਸ ਤਰ੍ਹਾਂ ਸਾਨੂੰ ਕੁਝ ਰੰਗਦਾਰ ਅਤੇ ਕੁਝ ਬਿਨਾਂ ਰੰਗਦਾਰ ਹਿੱਸੇ ਦਿਖਾਈ ਦੇ ਰਹੇ ਹਨ। ਹੁਣ ਸਾਨੂੰ 4 ਬਰਾਬਰ ਭਾਗਾਂ ਦੇ ਵਿੱਚੋਂ ਰੰਗਦਾਰ ਹਿੱਸਾ ਕਿੰਨਾ ਦਿਖਾਈ ਦੇ ਰਿਹਾ ਹੈ? 1। ਇਹ ਬੱਚਿਓ ਵਿਸ਼ੇਸ਼ ਬਰਾਬਰ ਭਾਗ ਹੈ, ਇਸ ਨੂੰ ਅੰਸ਼ ਕਹਿੰਦੇ ਹਨ। ਰੰਗਦਾਰ ਹਿੱਸਾ 1/4 ਹੈ। 1/4 ਨੂੰ ਆਮ ਬੋਲਚਾਲ ਵਿੱਚ 1/4 ਬੋਲਦੇ ਹਾਂ। 1/4 ਦਾ ਮਤਲਬ ਹੈ 4 ਹਿੱਸਿਆਂ ਵਿੱਚੋਂ ਇੱਕ ਹਿੱਸਾ। 1 ਅੰਸ਼ ਹੈ ਅਤੇ 4 ਹਰ ਹੈ। ਭਾਵ ਰੰਗਿਆ ਹੋਇਆ ਵਿਸ਼ੇਸ਼ ਬਰਾਬਰ ਭਾਗ ਅੰਸ਼ ਨੂੰ ਉੱਪਰ ਲਿਖਦੇ ਹਾਂ ਅਤੇ ਕੁੱਲ ਬਰਾਬਰ ਭਾਗ ਹਰ ਨੂੰ ਹੇਠਾਂ ਲਿਖਦੇ ਹਾਂ। ਹੁਣ ਬੱਚਿਓ ਅਸੀਂ ਇਸ ਨੂੰ ਫਿਰ ਘੁਮਾ ਕੇ ਦੇਖਦੇ ਹਾਂ। ਹੁਣ ਬੱਚਿਓ ਸਾਨੂੰ 4 ਬਰਾਬਰ ਹਿੱਸਿਆਂ ਵਿੱਚੋਂ ਰੰਗਦਾਰ ਹਿੱਸੇ ਕਿੰਨੇ ਦਿਖਾਈ ਦੇ ਰਹੇ ਹਨ? 1, 2। ਇਸ ਤਰ੍ਹਾਂ ਰੰਗਦਾਰ ਹਿੱਸੇ ਦੀ ਭਿੰਨ ਅਸੀਂ ਲਿਖਦੇ ਹਾਂ 2/4। ਹੁਣ ਅਸੀਂ ਇਸ ਨੂੰ ਫਿਰ ਘੁਮਾ ਕੇ ਦੇਖਦੇ ਹਾਂ। ਹੁਣ ਬੱਚਿਓ 4 ਬਰਾਬਰ ਹਿੱਸਿਆਂ ਦੇ ਵਿੱਚੋਂ ਸਾਨੂੰ ਰੰਗਦਾਰ ਹਿੱਸੇ ਕਿੰਨੇ ਦਿਖਾਈ ਦੇ ਰਹੇ ਹਨ? 1, 2, 3। ਇਸ ਤਰ੍ਹਾਂ ਰੰਗਦਾਰ ਹਿੱਸੇ ਦੀ ਭਿੰਨ ਅਸੀਂ ਲਿਖਦੇ ਹਾਂ 3/4। ਇਸ ਤਰ੍ਹਾਂ ਬੱਚਿਓ ਅਸੀਂ ਇਹਨਾਂ ਚੱਕਰਾਂ ਨੂੰ ਘੁਮਾਉਂਦੇ ਹੋਏ ਰੰਗਦਾਰ ਅਤੇ ਬਿਨਾਂ ਰੰਗਦਾਰ ਹਿੱਸੇ ਦੀ ਭਿੰਨ ਨੂੰ ਲਿਖ ਸਕਦੇ ਹਾਂ। ਹੁਣ ਬੱਚਿਓ ਅਸੀਂ ਅਭਿਆਸ ਦਾ ਸਵਾਲ ਹੱਲ ਕਰਦੇ ਹਾਂ। ਇਸ ਵਿੱਚ ਅਸੀਂ ਚਿੱਤਰ ਦੇ ਰੰਗਦਾਰ ਭਾਗ ਦੇ ਅਨੁਸਾਰ ਸਹੀ ਭਿੰਨਾਂ ਦੇ ਨਾਲ ਮਿਲਾਨ ਕਰਨਾ ਹੈ। ਇਸ ਵਿੱਚ ਦੇਖੋ ਬੱਚਿਓ 4 ਬਰਾਬਰ ਹਿੱਸਿਆਂ ਦੇ ਵਿੱਚੋਂ ਸਾਨੂੰ ਰੰਗਦਾਰ ਹਿੱਸਾ ਕਿੰਨਾ ਦਿਖਾਈ ਦੇ ਰਿਹਾ ਹੈ? 1/4। ਭਾਵ ਇਸ ਦੀ ਭਿੰਨ ਅਸੀਂ ਲਿਖਦੇ ਹਾਂ 1/4। ਇਸ ਤਰ੍ਹਾਂ 1/4 ਰੰਗਦਾਰ ਹਿੱਸੇ ਨੂੰ ਅਸੀਂ 1/4 ਭਿੰਨ ਦੇ ਨਾਲ ਮਿਲਾ ਲੈਂਦੇ ਹਾਂ। ਇਸ ਵਿੱਚ ਦੇਖੋ ਬੱਚਿਓ 4 ਬਰਾਬਰ ਹਿੱਸਿਆਂ ਦੇ ਵਿੱਚੋਂ ਸਾਨੂੰ ਰੰਗਦਾਰ ਹਿੱਸੇ ਕਿੰਨੇ ਦਿਖਾਈ ਦੇ ਰਹੇ ਹਨ? 1, 2, 3। ਭਾਵ 3/4 ਭਾਗ ਰੰਗਦਾਰ ਹਨ ਤਾਂ ਇਸ ਦੀ ਭਿੰਨ ਕਿੰਨੀ ਬਣ ਜਾਂਦੀ ਹੈ? 3/4। ਇਸ ਤਰ੍ਹਾਂ 3/4 ਰੰਗਦਾਰ ਭਾਗ ਨੂੰ ਅਸੀਂ 3/4 ਭਿੰਨ ਦੇ ਨਾਲ ਮਿਲਾ ਲੈਂਦੇ ਹਾਂ। ਇਸ ਵਿੱਚ ਦੇਖੋ ਬੱਚਿਓ 2 ਬਰਾਬਰ ਹਿੱਸਿਆਂ ਦੇ ਵਿੱਚੋਂ ਰੰਗਦਾਰ ਹਿੱਸਾ ਕਿੰਨਾ ਦਿਖਾਈ ਦੇ ਰਿਹਾ ਹੈ? 1। ਇਸ ਤਰ੍ਹਾਂ ਇਸ ਦੀ ਭਿੰਨ ਅਸੀਂ ਲਿਖਦੇ ਹਾਂ 1/2। ਇਸ ਲਈ ਇਸ ਨੂੰ ਅਸੀਂ ਮਿਲਾ ਲੈਂਦੇ ਹਾਂ ਭਿੰਨ 1/2 ਦੇ ਨਾਲ। ਇਸ ਵਿੱਚ ਦੇਖੋ ਬੱਚਿਓ 3 ਬਰਾਬਰ ਹਿੱਸਿਆਂ ਦੇ ਵਿੱਚੋਂ ਰੰਗਦਾਰ ਹਿੱਸਾ ਕਿੰਨਾ ਦਿਖਾਈ ਦੇ ਰਿਹਾ ਹੈ? 1। ਭਾਵ 1/3। 1/3 ਨੂੰ ਅਸੀਂ ਲਿਖਦੇ ਹਾਂ ਬੱਚਿਓ ਭਿੰਨ 1/3। ਇਸ ਤਰ੍ਹਾਂ 1/3 ਰੰਗਦਾਰ ਭਾਗ ਨੂੰ ਅਸੀਂ ਮਿਲਾ ਲੈਂਦੇ ਹਾਂ ਭਿੰਨ 1/3 ਦੇ ਨਾਲ। ਇਸ ਤਰ੍ਹਾਂ ਬੱਚਿਓ ਅਸੀਂ ਰੰਗਦਾਰ ਭਾਗ ਦੇ ਅਨੁਸਾਰ ਸਹੀ ਭਿੰਨਾਂ ਦੇ ਨਾਲ ਮਿਲਾਨ ਕਰ ਲਿਆ ਹੈ। ਅਗਲੇ ਸਵਾਲ ਵਿੱਚ ਬੱਚਿਓ ਅਸੀਂ ਦਿੱਤੀਆਂ ਹੋਈਆਂ ਆਕ੍ਰਿਤੀਆਂ ਦੇ ਰੰਗਦਾਰ ਹਿੱਸੇ ਅਤੇ ਬਿਨਾਂ ਰੰਗਦਾਰ ਹਿੱਸੇ ਦੀ ਭਿੰਨ ਸਾਹਮਣੇ ਦਿੱਤੇ ਹੋਏ ਖਾਨਿਆਂ ਵਿੱਚ ਲਿਖਣੀ ਹੈ। ਇਸ ਵਿੱਚ ਦੇਖੋ ਕੁੱਲ ਕਿੰਨੇ ਹਿੱਸੇ ਹਨ? 1, 2, 3, 4। ਤਾਂ ਦੋਨੋਂ ਖਾਨਿਆਂ ਵਿੱਚ ਅਸੀਂ ਹਰ 4 ਲਿਖ ਲੈਂਦੇ ਹਾਂ। ਹੁਣ ਦੇਖਦੇ ਹਾਂ ਰੰਗਦਾਰ ਹਿੱਸੇ ਕਿੰਨੇ ਹਨ? 1, 2, 3। ਤਾਂ ਇੱਥੇ ਅਸੀਂ 3 ਲਿਖਦੇ ਹਾਂ ਤਾਂ ਰੰਗਦਾਰ ਹਿੱਸੇ ਦੀ ਭਿੰਨ 3/4 ਹੈ। ਹੁਣ ਬੱਚਿਓ ਬਿਨਾਂ ਰੰਗਦਾਰ ਹਿੱਸਾ ਕਿੰਨਾ ਹੈ? 1। ਤਾਂ ਅਸੀਂ ਇੱਥੇ ਲਿਖਦੇ ਹਾਂ 1। ਇਸ ਤਰ੍ਹਾਂ ਬਿਨਾਂ ਰੰਗਦਾਰ ਹਿੱਸੇ ਦੀ ਭਿੰਨ 1/4 ਹੈ। ਅਗਲੇ ਚਿੱਤਰ ਵਿੱਚ ਦੇਖੋ ਬੱਚਿਓ ਕੁੱਲ ਕਿੰਨੇ ਹਿੱਸੇ ਹਨ? 1, 2, 3। ਇਸ ਲਈ ਦੋਨੋਂ ਖਾਨਿਆਂ ਵਿੱਚ ਅਸੀਂ ਹਰ 3 ਲਿਖ ਲੈਂਦੇ ਹਾਂ। ਹੁਣ ਬੱਚਿਓ ਰੰਗਦਾਰ ਹਿੱਸੇ ਕਿੰਨੇ ਹਨ? 1, 2। ਤਾਂ ਇੱਥੇ ਅਸੀਂ 2 ਲਿਖਦੇ ਹਾਂ। ਇਸ ਤਰ੍ਹਾਂ ਰੰਗਦਾਰ ਹਿੱਸੇ ਦੀ ਭਿੰਨ ਹੈ 2/3। ਹੁਣ ਬਿਨਾਂ ਰੰਗਦਾਰ ਹਿੱਸਾ ਕਿੰਨਾ ਹੈ? 1। ਤਾਂ ਇੱਥੇ ਅਸੀਂ 1 ਲਿਖਦੇ ਹਾਂ। ਇਸ ਤਰ੍ਹਾਂ ਬਿਨਾਂ ਰੰਗਦਾਰ ਹਿੱਸੇ ਦੀ ਭਿੰਨ 1/3 ਹੈ। ਅਗਲੀ ਆਕ੍ਰਿਤੀ ਦੇ ਵਿੱਚ ਕੁੱਲ ਕਿੰਨੇ ਹਿੱਸੇ ਹਨ? 1, 2, 3, 4। ਇਸ ਲਈ ਦੋਨਾਂ ਖਾਨਿਆਂ ਵਿੱਚ ਹਰ ਅਸੀਂ 4 ਲਿਖ ਲੈਂਦੇ ਹਾਂ। ਹੁਣ ਅਸੀਂ ਰੰਗਦਾਰ ਹਿੱਸਾ ਦੇਖਦੇ ਹਾਂ। ਰੰਗਦਾਰ ਹਿੱਸਾ 1 ਹੈ, ਇਸ ਲਈ ਇੱਥੇ 1 ਲਿਖਦੇ ਹਾਂ। ਇਸ ਤਰ੍ਹਾਂ ਰੰਗਦਾਰ ਹਿੱਸੇ ਦੀ ਭਿੰਨ 1/4 ਹੈ। ਹੁਣ ਦੇਖੋ ਬਿਨਾਂ ਰੰਗਦਾਰ ਹਿੱਸੇ ਕਿੰਨੇ ਹਨ? 1, 2, 3। ਇਸ ਲਈ ਇੱਥੇ ਅਸੀਂ 3 ਲਿਖਦੇ ਹਾਂ ਤੇ ਬਿਨਾਂ ਰੰਗਦਾਰ ਹਿੱਸੇ ਦੀ ਭਿੰਨ 3/4 ਬਣਦੀ ਹੈ। ਅਗਲੀ ਆਕ੍ਰਿਤੀ ਵਿੱਚ ਦੇਖੋ ਬੱਚਿਓ ਕੁੱਲ ਕਿੰਨੇ ਹਿੱਸੇ ਹਨ? 1, 2, 3, 4। ਇਸ ਲਈ ਦੋਨੋਂ ਖਾਨਿਆਂ ਵਿੱਚ ਹਰ ਅਸੀਂ 4 ਲਿਖਦੇ ਹਾਂ। ਹੁਣ ਬੱਚਿਓ ਰੰਗਦਾਰ ਹਿੱਸਾ ਦੇਖੋ 1 ਹੈ, ਇਸ ਲਈ ਇੱਥੇ ਅਸੀਂ 1 ਲਿਖਦੇ ਹਾਂ। ਇਸ ਤਰ੍ਹਾਂ ਰੰਗਦਾਰ ਹਿੱਸੇ ਦੀ ਭਿੰਨ 1/4 ਹੈ। ਹੁਣ ਬੱਚਿਓ ਇਸ ਵਿੱਚ ਬਿਨਾਂ ਰੰਗਦਾਰ ਹਿੱਸੇ ਦੇਖੋ 1, 2, 3 ਹਨ। ਇਸ ਲਈ ਇੱਥੇ ਅਸੀਂ 3 ਲਿਖਦੇ ਹਾਂ ਤੇ ਬਿਨਾਂ ਰੰਗਦਾਰ ਹਿੱਸੇ ਦੀ ਭਿੰਨ 3/4 ਹੈ। ਇਸ ਤਰ੍ਹਾਂ ਅਸੀਂ ਸਾਰੀ ਆਕ੍ਰਿਤੀਆਂ ਦੀ ਰੰਗਦਾਰ ਹਿੱਸੇ ਦੀ ਭਿੰਨ ਅਤੇ ਬਿਨਾਂ ਰੰਗਦਾਰ ਹਿੱਸੇ ਦੀ ਭਿੰਨ ਲਿਖ ਲਈ ਹੈ। ਅੱਜ ਦੇ ਘਰ ਦੇ ਕੰਮ ਵਿੱਚ ਬੱਚਿਓ ਤੁਸੀਂ ਅਭਿਆਸ 3.1 ਦੇ ਪਹਿਲੇ ਸਵਾਲ ਦੇ ਇਹ ਸਾਰੇ ਭਾਗ, ਦੂਸਰੇ ਸਵਾਲ ਦੇ ਵੀ ਇਹ ਸਾਰੇ ਭਾਗ ਇਸੇ ਤਰ੍ਹਾਂ ਹੱਲ ਕਰਨੇ ਹਨ ਜਿਸ ਤਰ੍ਹਾਂ ਅੱਜ ਅਸੀਂ ਇਹਨਾਂ ਨੂੰ ਹੱਲ ਕੀਤਾ ਹੈ। ਥੈਂਕ ਯੂ।
Hello dear students. Today we will discuss write the correct words in the given space given at page number 31 of your textbooks. Okay, now open your books and let's start. The first sentence is do not run on the dash. Look at your options: helmet, road, mobile phone, go or seat belt. Students, you can take the help of pictures. Think and tell me the right option. Yes, road is the right option. Do not run on the road. Students, note it down in your books. Now, let's go to the next sentence. Always use dash in car. Look at the options: helmet, mobile phone, go or seat belt. Students, you have already read in the lesson that we should use seat belt in car. So, the right option is seat belt. Always use seat belt in car. Okay? Now, let's read the next sentence. Stop, look and dash. Your options are helmet, mobile phone or go. Students, you all know it very well that traffic lights tells us about stop, look and go. So, go is the right option. Okay? The next sentence is always wear a dash while riding a bike. Students, we are left with helmet or mobile phone. So, choose one. Which is the correct one? Always wear a helmet. Yes, you are right. We should wear helmet while riding a bike. So, helmet is the right option. Well done. The last sentence is do not use dash while driving. Students, we are left with only mobile phone. Do not use mobile phone while driving. Okay? Now, let's revise. Do not run on the road. Always use seat belt in car. Stop, look and go. Always wear a helmet while riding a bike. Do not use mobile phone while driving. Students, I hope you have enjoyed the class. Now, it's time for your homework. And your homework is to write down these sentences neatly in your notebooks. ਬੱਚਿਓ, ਤੁਸੀਂ ਵਾਤਾਵਰਣ ਸਿੱਖਿਆ ਦਾ ਪਾਠ 10 ਖੇਤ ਤੋਂ ਘਰ ਤੱਕ ਪੜ੍ਹ ਚੁੱਕੇ ਹੋ। ਅੱਜ ਅਸੀਂ ਉਸ ਪਾਠ ਦਾ ਪ੍ਰਸ਼ਨ ਨੰਬਰ 7 ਕਰਾਂਗੇ। ਬੱਚਿਓ, ਖੇਤੀ ਦੇ ਵੱਖ-ਵੱਖ ਪੜਾਅ ਦਿੱਤੇ ਗਏ ਹਨ। ਇਹ ਤਰਤੀਬ ਅਨੁਸਾਰ ਨਹੀਂ ਹੈ। ਇਹਨਾਂ ਨੂੰ ਤਰਤੀਬ ਅਨੁਸਾਰ ਸਹੀ ਅੰਕ ਦੇਣ ਲਈ ਆਓ ਪਹਿਲਾਂ ਖੇਤੀਬਾੜੀ ਦੇ ਪੜਾਵਾਂ ਦੀ ਸਹੀ ਤਰਤੀਬ ਅਸੀਂ ਜਾਣ ਲੈਂਦੇ ਹਾਂ। ਜ਼ਮੀਨ ਦੀ ਚੰਗੀ ਤਰ੍ਹਾਂ ਵਹਾਈ ਕੀਤੀ ਜਾਂਦੀ ਹੈ। ਹਾਂਜੀ, ਅਸੀਂ ਕੀ ਲਗਾਵਾਂਗੇ? ਜ਼ਮੀਨ ਨੂੰ ਚੰਗੀ ਤਰ੍ਹਾਂ ਵਹਾਈ ਕਰਨਾ। ਇਸ ਦੇ ਅੱਗੇ ਅੰਕ ਲਗਾ ਦਵਾਂਗੇ 1। ਉਸ ਤੋਂ ਅੱਗੇ ਬੱਚਿਓ ਬਿਜਾਈ ਕਰਨਾ। ਉਸ ਤੋਂ ਉਪਰੰਤ ਬਿਜਾਈ ਕੀਤੀ ਜਾਂਦੀ ਹੈ। ਅਸੀਂ ਲਗਾਵਾਂਗੇ ਬਿਜਾਈ ਕਰਨਾ ਅਤੇ ਇਸ ਦੇ ਅੱਗੇ ਕੀ ਅੰਕ ਲਗਾਵਾਂਗੇ? ਅੰਕ 2 ਲਗਾ ਦਿੱਤਾ ਜਾਵੇਗਾ। ਉਸ ਤੋਂ ਉਪਰੰਤ ਬੱਚਿਓ ਫਸਲ ਨੂੰ ਪਾਣੀ ਲਗਾਇਆ ਜਾਂਦਾ ਹੈ। ਹਾਂਜੀ, ਫਸਲ ਨੂੰ ਪਾਣੀ ਲਗਾਉਣਾ। ਫਸਲ ਨੂੰ ਪਾਣੀ ਲਗਾਉਣ ਦੇ ਇਸ ਦੇ ਅੱਗੇ ਅੰਕ ਲਗਾਵਾਂਗੇ 3। ਉਸ ਤੋਂ ਅੱਗੇ ਬੱਚਿਓ ਨਦੀਨਨਾਸ਼ਕਾਂ ਅਤੇ ਕੀਟਨਾਸ਼ਕਾਂ ਦਾ ਛਿੜਕਾਅ ਕੀਤਾ ਜਾਂਦਾ ਹੈ। ਹਾਂਜੀ, ਨਦੀਨਨਾਸ਼ਕਾਂ ਅਤੇ ਕੀਟਨਾਸ਼ਕਾਂ ਦਾ ਛਿੜਕਾਅ
ਇਸ ਦੇ ਅੱਗੇ ਅਸੀਂ ਅੰਕ ਕੀ ਲਗਾਵਾਂਗੇ? 4 ਅੰਕ ਲਗਾਵਾਂਗੇ ਬੱਚਿਓ। ਉਸ ਤੋਂ ਅੱਗੇ ਬੱਚਿਓ ਖਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਹਾਂਜੀ, ਅੱਗੇ ਲਗਾ ਦੇਵਾਂਗੇ ਖਾਦਾਂ ਦੀ ਵਰਤੋਂ ਕਰਨਾ। ਇਸ ਦੇ ਅੱਗੇ ਅੰਕ ਲੱਗੇਗਾ 5। ਉਸ ਤੋਂ ਅੱਗੇ ਹੈ ਬੱਚਿਓ ਫਸਲ ਕੱਟਣਾ। ਫਸਲ ਕੱਟਣ ਨੂੰ ਅੱਗੇ ਫਸਲ ਨੂੰ ਕੱਟਣਾ। ਇਸ ਦੇ ਅੱਗੇ ਅਸੀਂ ਅੰਕ ਲਗਾਵਾਂਗੇ 6। ਉਸ ਤੋਂ ਅੱਗੇ ਹੈ ਬੱਚਿਓ ਦਾਣੇ ਕੱਢਣਾ, ਜਿਵੇਂ ਕਿ ਤਸਵੀਰ 'ਚ ਤੁਸੀਂ ਦੇਖ ਸਕਦੇ ਹੋ। ਹਾਂਜੀ, ਇਸ ਤੋਂ ਅੱਗੇ ਲਗਾਵਾਂਗੇ ਦਾਣੇ ਕੱਢਣਾ। ਇਸ ਦੇ ਅੱਗੇ ਅਸੀਂ ਅੰਕ ਲਗਾਵਾਂਗੇ 7। ਉਸ ਤੋਂ ਉਪਰੰਤ ਦਾਣੇ ਕੱਢਣ ਤੋਂ ਉਪਰੰਤ ਫਸਲ ਮੰਡੀ ਲੈ ਕੇ ਜਾਣਾ। ਹਾਂਜੀ, ਮੰਡੀ ਲੈ ਕੇ ਜਾਣਾ। ਇਸ ਦੇ ਅੱਗੇ ਅਸੀਂ ਲਗਾ ਦੇਵਾਂਗੇ ਅੰਕ 8। ਉਸ ਤੋਂ ਅੱਗੇ ਹੈ ਬੱਚਿਓ ਵਪਾਰੀਆਂ ਦੁਆਰਾ ਫਸਲ ਨੂੰ ਖਰੀਦਣਾ। ਹਾਂਜੀ, ਵਪਾਰੀਆਂ ਨੂੰ ਫਸਲ ਵੇਚਣਾ। ਇਸ ਦੇ ਅੱਗੇ ਅਸੀਂ ਲਗਾ ਦੇਵਾਂਗੇ ਅੰਕ 9। ਉਸ ਤੋਂ ਉਪਰੰਤ ਬੱਚਿਓ ਛੋਟੇ ਦੁਕਾਨਦਾਰਾਂ ਜਾਂ ਰੇਹੜੀ ਵਾਲਿਆਂ ਦੁਆਰਾ ਫਸਲ ਖਰੀਦਣਾ। ਹਾਂਜੀ, ਛੋਟੇ ਦੁਕਾਨਦਾਰਾਂ ਜਾਂ ਰੇਹੜੀ ਵਾਲਿਆਂ ਦੁਆਰਾ ਫਸਲ ਖਰੀਦਣਾ। ਇਸ ਦੇ ਅੱਗੇ ਅਸੀਂ ਲਗਾ ਦੇਵਾਂਗੇ ਅੰਕ 10। ਅੱਗੇ ਹੈ ਬੱਚਿਓ ਘਰਾਂ ਲਈ ਲੋੜ ਅਨੁਸਾਰ ਖਰੀਦਣਾ। ਹਾਂਜੀ ਬੱਚਿਓ, ਘਰਾਂ ਲਈ ਲੋੜ ਅਨੁਸਾਰ ਖਰੀਦਣਾ। ਇਸ ਦੇ ਅੱਗੇ ਅਸੀਂ ਲਗਾ ਦੇਵਾਂਗੇ ਅੰਕ 11। ਉਸ ਤੋਂ ਅੱਗੇ ਹੈ ਬੱਚਿਓ ਭੋਜਨ ਪਕਾਉਣਾ। ਹਾਂਜੀ, ਭੋਜਨ ਪਕਾਉਣਾ। ਇਸ ਦੇ ਅੱਗੇ ਅਸੀਂ ਲਗਾ ਦੇਵਾਂਗੇ ਅੰਕ 12। ਹੁਣ ਆ ਗਈ ਘਰ ਦੇ ਕੰਮ ਦੀ ਵਾਰੀ। ਪਿਆਰੇ ਬੱਚਿਓ, ਹੁਣ ਤੱਕ ਤੁਸੀਂ ਖੇਤੀ ਕਰਨ ਦੇ ਵੱਖ-ਵੱਖ ਪੜਾਵਾਂ ਬਾਰੇ ਚੰਗੀ ਤਰ੍ਹਾਂ ਜਾਣ ਚੁੱਕੇ ਹੋ। ਘਰ ਦੇ ਕੰਮ ਵਿੱਚ ਤੁਸੀਂ ਇਸ ਤਸਵੀਰ ਵਿੱਚ ਦਿਖਾਏ ਅਨੁਸਾਰ ਆਪਣੀ ਪਾਠ ਪੁਸਤਕ ਦੇ ਪੰਨਾ ਨੰਬਰ 69 ਤੇ ਪ੍ਰਸ਼ਨ ਨੰਬਰ 7 ਦੀ ਦਿੱਤੀ ਗਈ ਸਾਰਣੀ ਦੇ ਖਾਲੀ ਖਾਨਿਆਂ ਵਿੱਚ ਅੰਕ ਭਰਨੇ ਹਨ ਅਤੇ ਖੇਤੀ ਕਰਨ ਦੇ ਵੱਖ-ਵੱਖ ਪੜਾਵਾਂ ਦੀ ਸਹੀ ਤਰਤੀਬ ਨੂੰ ਯਾਦ ਕਰਨਾ ਹੈ। ਮਿਹਨਤ ਕਰਦਾ ਉਹ ਵੀ ਹੈ ਜੋ ਵਿੱਚ ਦਫ਼ਤਰ ਦੇ ਬਹਿੰਦਾ ਹੈ। ਮਿਹਨਤ ਕਰਦਾ ਉਹ ਵੀ ਹੈ ਜੋ ਸੜਕਾਂ ਉੱਤੇ ਸੌਂਦਾ ਹੈ। ਮਿਹਨਤ ਦੀ ਗੱਲ ਹੈ ਬੱਚਿਓ, ਹਰ ਮਿਹਨਤ ਦਾ ਮੁੱਲ ਪੈਂਦਾ ਹੈ। ਬੱਚਿਓ, ਪਿਛਲੀ ਵਾਰ ਅਸੀਂ ਮਹਾਨ ਕਲਾਕਾਰਾਂ ਬਾਰੇ, ਮਹਾਨ ਸ਼ਖਸੀਅਤਾਂ ਬਾਰੇ ਕਿੰਨਾ ਗਿਆਨ ਹਾਸਿਲ ਕੀਤਾ। ਉਹ ਕਿੰਨੀ ਮਿਹਨਤ ਕਰਦੇ ਹਨ ਤੇ ਉੱਚੇ ਮੁਕਾਮ ਹਾਸਿਲ ਕਰਦੇ ਹਨ। ਪਰ ਬੱਚਿਓ, ਦੁਨੀਆ ਦੇ ਵਿੱਚ ਕੁਝ ਅਜਿਹੇ ਲੋਕ ਵੀ ਹਨ, ਕੁਝ ਅਜਿਹੇ ਵੀ ਇਨਸਾਨ ਹਨ ਜੋ ਮਿਹਨਤ ਤਾਂ ਕਰਦੇ ਹਨ ਪਰ ਉਹਨਾਂ ਨੂੰ ਦੁਨੀਆ 'ਚ ਮੁਕਾਮ ਨਹੀਂ ਮਿਲਦਾ। ਪਰ ਬੱਚਿਓ, ਉਹਨਾਂ ਦੀ ਮਿਹਨਤ, ਉਹਨਾਂ ਦੇ ਕੰਮ ਦੇ ਬਿਨਾਂ ਅਸੀਂ ਰਹਿ ਵੀ ਨਹੀਂ ਸਕਦੇ। ਬੱਚਿਓ, ਇਹ ਮਿਹਨਤ ਕਰਨ ਵਾਲੇ ਹੁੰਦੇ ਹਨ ਸਾਡੇ ਘਰ ਬਣਾਉਣ ਵਾਲੇ ਮਜ਼ਦੂਰ। ਬਿਲਕੁਲ ਬੱਚਿਓ, ਖੇਤਾਂ ਵਿੱਚ ਕੰਮ ਕਰਨ ਵਾਲੇ ਕਿਸਾਨ। ਹਾਂਜੀ ਬੱਚਿਓ, ਤੇ ਸੜਕਾਂ ਬਣਾਉਣ ਵਾਲੇ ਮਜ਼ਦੂਰ। ਬੱਚਿਓ, ਹੋਰ ਵੀ ਹਨ ਜੋ ਮਿਹਨਤ ਤਾਂ ਕਰਦੇ ਹਨ ਪਰ ਉਹਨਾਂ ਨੂੰ ਦੁਨੀਆ ਵਿੱਚ ਪਹਿਚਾਣ ਨਹੀਂ ਮਿਲਦੀ। ਪਰ ਬੱਚਿਓ, ਕੀ ਇਹਨਾਂ ਮਿਹਨਤ ਕਰਨ ਵਾਲਿਆਂ ਦੇ ਬਿਨਾਂ ਸਾਡਾ ਕੰਮ ਚੱਲ ਸਕਦਾ ਹੈ? ਨਹੀਂ। ਜੇ ਕਿਸਾਨ ਖੇਤਾਂ ਵਿੱਚ ਫਸਲ ਨਾ ਉਗਾਉਂਦਾ ਤਾਂ ਸਾਨੂੰ ਅੰਨ ਕਿੱਥੋਂ ਮਿਲਣਾ ਸੀ? ਇਸੇ ਕਰਕੇ ਤਾਂ ਕਿਸਾਨ ਨੂੰ ਅੰਨਦਾਤਾ ਕਿਹਾ ਜਾਂਦਾ ਹੈ। ਬੱਚਿਓ, ਜੇ ਉਹ ਫਸਲ ਉਗਾਉਂਦਾ ਹੈ ਤਾਂ ਅੰਨ ਮਿਲਦਾ ਹੈ। ਅੰਨ ਮਿਲਦਾ ਹੈ, ਕਣਕ ਹੁੰਦੀ ਹੈ, ਚਾਵਲ ਹੁੰਦੇ ਹਨ। ਬੱਚਿਓ, ਕਣਕ ਦਾ ਆਟਾ ਬਣਦਾ ਹੈ ਨਾ, ਤਾਂ ਹੀ ਤਾਂ ਅਸੀਂ ਰੋਟੀ ਖਾ ਸਕਦੇ ਹਾਂ। ਪਰ ਬੱਚਿਓ, ਉਹਨਾਂ ਦੀ ਮਿਹਨਤ ਨੂੰ ਹੀ ਸਿਰਫ ਅਸੀਂ ਜਾਣਦੇ ਹਾਂ ਕਿ ਹਾਂ ਬਸ ਅਸੀਂ ਰੋਟੀ ਖਾਂਦੇ ਹਾਂ ਤੇ ਉਹ ਖੇਤਾਂ ਦੇ ਵਿੱਚ ਕਣਕ ਉਗਾਉਂਦੇ ਹਨ। ਪਰ ਬੱਚਿਓ, ਉਹਨਾਂ ਨੂੰ ਪਹਿਚਾਣ ਤਾਂ ਨਹੀਂ ਮਿਲਦੀ ਦੁਨੀਆ ਦੇ ਵਿੱਚ। ਇਸੇ ਤਰ੍ਹਾਂ ਬੱਚਿਓ, ਮਜ਼ਦੂਰ ਮਿਸਤਰੀ ਹਨ ਜੋ ਸਾਡਾ ਘਰ ਤਾਂ ਬਣਾਉਂਦੇ ਹਨ ਪਰ ਉਹਨਾਂ ਨੂੰ ਦੁਨੀਆ ਵਿੱਚ ਨਾਮ, ਮਾਨ, ਸਨਮਾਨ ਨਹੀਂ ਮਿਲਦਾ। ਪਰ ਬੱਚਿਓ, ਕੀ ਸਾਨੂੰ ਅਜਿਹਾ ਕਰਨਾ ਚਾਹੀਦਾ ਹੈ? ਬੱਚਿਓ, ਸੜਕਾਂ ਬਣਾਉਣ ਵਾਲੇ, ਸੜਕ ਸਾਡੇ ਲਈ ਕਿੰਨੀ ਜ਼ਰੂਰੀ ਹੈ। ਬੱਚਿਓ, ਅਸੀਂ ਸੜਕ ਤੇ ਤੁਰਦੇ ਹਾਂ, ਦੁਰਘਟਨਾ ਦਾ ਵੀ ਖਤਰਾ ਰਹਿੰਦਾ ਹੈ ਜੇ ਸੜਕ ਸਹੀ ਨਾ ਬਣੀ ਹੋਵੇ। ਬੱਚਿਓ, ਸੋਚ ਕੇ ਦੇਖੋ ਸਾਡੀ ਸੁਰੱਖਿਆ ਲਈ ਇਹ ਮਜ਼ਦੂਰ ਭਰਾ ਕਿੰਨੀ ਮਿਹਨਤ ਕਰਦੇ ਹਨ। ਪਰ ਬੱਚਿਓ, ਸਾਨੂੰ ਇਹਨਾਂ ਦੀ ਮਿਹਨਤ ਦਾ ਆਦਰ ਸਤਿਕਾਰ ਕਰਨਾ ਚਾਹੀਦਾ ਹੈ। ਸਗੋਂ ਲੋੜ ਹੋਵੇ ਤਾਂ ਇਹਨਾਂ ਦੀ ਹੈਲਪ, ਇਹਨਾਂ ਦੀ ਮਦਦ ਵੀ ਕਰਨੀ ਚਾਹੀਦੀ ਹੈ, ਕਿਉਂਕਿ ਬੱਚਿਓ, ਇਹ ਸਾਰੇ ਕਿੰਨੀ ਮਿਹਨਤ ਕਰਕੇ ਸਾਡੇ ਲਈ ਕਿੰਨਾ ਕੁਝ ਹਾਸਿਲ ਕਰਦੇ ਹਨ, ਕਿੰਨਾ ਕੁਝ ਕਰਦੇ ਹਨ।
ਕਿੰਨੀਆਂ ਸੇਵਾਵਾਂ ਸਾਨੂੰ ਦਿੰਦੇ ਹਨ, ਪਰ ਬੱਚਿਓ ਉਹਨਾਂ ਸੇਵਾਵਾਂ ਬਦਲੇ ਸਿਰਫ ਉਹਨਾਂ ਨੂੰ 2 ਪੈਸੇ ਹੀ ਮਿਲਦੇ ਹਨ। ਇਸ ਤੋਂ ਇਲਾਵਾ ਮਾਣ ਸਨਮਾਨ ਤਾਂ ਨਹੀਂ ਮਿਲਦਾ। ਹੁਣ ਵਾਰੀ ਹੈ ਬੱਚਿਓ ਤੁਹਾਡੇ ਘਰ ਦੇ ਕੰਮ ਦੀ। प्यारे बच्चों, पाठ 9 सुंड ते हल्दी जो कि एक कहानी है ਨੂੰ लेखक डॉक्टर बंजारा बेदी जी द्वारा लिखा है ਅਤੇ ਉਹਨਾਂ ਨੇ ਇਸ ਨੂੰ ਬਹੁਤ ਹੀ ਰੌਚਕ ਢੰਗ ਨਾਲ ਲਿਖਿਆ ਹੈ। ਪਿਆਰੇ ਬੱਚਿਓ, ਇਸ ਕਹਾਣੀ ਦੇ ਵਿੱਚ ਸੁੰਡ ਅਤੇ ਹਲਦੀ 2 ਸਖੀਆਂ ਭੈਣਾਂ ਦੇ ਵੱਖੋ ਵੱਖਰੇ ਸੁਭਾਅ ਦੀ ਗੱਲ ਕੀਤੀ ਗਈ ਹੈ। ਪਿਆਰੇ ਬੱਚਿਓ, ਇਸ ਪਾਠ ਦੇ ਨਾਲ ਹੀ ਸੰਬੰਧਿਤ ਕੁਝ ਅਜਿਹੀਆਂ ਗੱਲਾਂ ਹਨ ਜਿਨ੍ਹਾਂ ਨੂੰ ਸਾਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਅਪਣਾਉਣਾ ਚਾਹੀਦਾ ਹੈ। ਚਲੋ ਫਿਰ ਕਰਦੇ ਹਾਂ ਕੁਝ ਹੋਰ ਯਾਦ ਰੱਖਣਯੋਗ ਗੱਲਾਂ। ਪਿਆਰੇ ਬੱਚਿਓ, ਤਸਵੀਰ ਵਿੱਚ ਵੇਖੋ, ਇਹ ਹੈ ਸੁੰਡ, ਦੂਜੀ ਤਸਵੀਰ ਵਿੱਚ ਹਲਦੀ। ਇਹ ਦੋਨੋਂ ਹੀ ਖਾਦ ਪਦਾਰਥ ਹਨ। ਇਹ ਦੋਨੋਂ ਹੀ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਵਿੱਚ ਫਾਇਦੇਮੰਦ ਹੁੰਦੇ ਹਨ। ਪਿਆਰੇ ਬੱਚਿਓ, ਖਾਦ ਪਦਾਰਥਾਂ ਵਿੱਚ ਸੁੰਡ ਗਰਮ ਅਤੇ ਹਲਦੀ ਠੰਡੀ ਹੁੰਦੀ ਹੈ। ਪਿਆਰੇ ਬੱਚਿਓ, ਹੁਣ ਕੋਈ ਵੀ ਬੱਚਾ ਦੱਸੋ ਮੈਨੂੰ, ਜਦੋਂ ਹਲਦੀ ਆਪਣੇ ਨਾਨਕੇ ਘਰ ਜਾਣ ਲੱਗੀ ਸੀ ਤਾਂ ਮਾਂ ਨੇ ਸੁੰਡ ਨੂੰ ਕੀ ਕਿਹਾ ਸੀਗਾ? ਹਾਂਜੀ, ਬਿਲਕੁਲ ਸਹੀ। ਮਾਂ ਨੇ ਕਿਹਾ ਸੀ ਕਿ ਸੁੰਡ ਬੇਟਾ, ਤੂੰ ਵੀ ਹਲਦੀ ਨਾਲ ਨਾਨਕੇ ਘਰ ਚਲੀ ਜਾ, ਕਿਉਂਕਿ 1 1 ਤੇ 2 11 ਹੁੰਦੇ ਹਨ। ਤੁਹਾਨੂੰ ਇੱਕ ਦੂਜੇ ਦਾ ਆਸਰਾ ਹੋ ਜਾਵੇਗਾ। ਪਰ ਉਸਨੇ ਮਾਂ ਦੀ ਇੱਕ ਨਾ ਮੰਨੀ। ਹਲਦੀ ਦੇ ਵਾਪਸ ਆਉਣ ਤੇ ਉਹ ਦੁਬਾਰਾ ਇਕੱਲੀ ਹੀ ਨਾਨਕੇ ਘਰ ਵੱਲ ਤੁਰ ਪਈ ਸੀ ਅਤੇ ਰਾਹ ਵਿੱਚ ਉਸਨੂੰ ਬਹੁਤ ਹੀ ਔਕੜਾਂ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਿਆਰੇ ਬੱਚਿਓ, ਵੱਡਿਆਂ ਅਤੇ ਮਾਤਾ ਪਿਤਾ ਨੂੰ ਤੁਹਾਡੇ ਚੰਗੇ ਅਤੇ ਮਾੜੇ ਦੀ ਸਮਝ ਹੁੰਦੀ ਹੈ। ਸਾਨੂੰ ਮਾਤਾ ਪਿਤਾ ਅਤੇ ਵੱਡਿਆਂ ਦਾ ਕਹਿਣਾ ਮੰਨਣਾ ਚਾਹੀਦਾ ਹੈ। ਪਿਆਰੇ ਬੱਚਿਓ, ਨਾਨਕੇ ਜਾ ਰਹੀ ਹਲਦੀ ਨੇ ਭੱਠੀ ਦਾ ਆਲਾ ਦੁਆਲਾ ਸਾਫ਼ ਕੀਤਾ ਤੇ ਕੱਖ ਕਾਣ ਦੀ ਇੱਕ ਪਾਸੇ ਢੇਰੀ ਲਾ ਦਿੱਤੀ ਤੇ ਉਸੇ ਕੱਖ ਕਾਣ ਵਿੱਚੋਂ ਇੱਕ ਚੋਕਾ ਭੱਠੀ ਵਿੱਚ ਲਾਇਆ। ਭੱਠੀ ਵਾਲੀ ਮਾਈ ਨੇ ਖੁਸ਼ ਹੋ ਕੇ ਹਲਦੀ ਨੂੰ ਲਪਦਾਣਿਆਂ ਦੀ ਦਿੱਤੀ। ਪਿਆਰੇ ਬੱਚਿਓ, ਇਸੇ ਕਰਕੇ ਸਾਨੂੰ ਦੂਜਿਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਪਿਆਰੇ ਬੱਚਿਓ, ਹੁਣ ਤੁਸੀਂ ਮੈਨੂੰ ਦੱਸਣਾ ਹੈ ਕਿ ਹਲਦੀ ਨੇ ਕਿਸ ਕਿਸ ਦੀ ਮਦਦ ਕੀਤੀ? ਹਾਂਜੀ ਨਵਨੀਤ ਬੇਟਾ ਜੀ, ਤੁਸੀਂ ਦੱਸੋ। ਬਿਲਕੁਲ ਸਹੀ ਬੇਟਾ ਜੀ, ਬੇਰੀ ਦੀ। ਦੀਪਕ ਵੀ ਕੁਝ ਕਹਿ ਰਿਹਾ ਹੈ। ਹਾਂ, ਦਰਿਆ ਦੀ। ਬਿਲਕੁਲ ਸਹੀ। ਰਾਧਿਕਾ ਜੀ, ਤੁਸੀਂ ਦੱਸੋ। ਹਾਂਜੀ, ਭੱਠੀ ਵਾਲੀ ਮਾਈ ਦੀ। ਤੇ ਪ੍ਰਭ ਬੇਟਾ ਕਹਿ ਰਿਹਾ ਹੈ ਕਿ ਨਾਨੀ ਦੀ ਚਰਖਾ ਢਾ ਕੇ ਸੂਤ ਕੱਤਣ ਵਿੱਚ ਮਦਦ ਕੀਤੀ। ਪਿਆਰੇ ਬੱਚਿਓ, ਹਲਦੀ ਨੂੰ ਬਦਲੇ ਵਿੱਚ ਤੋਹਫੇ, ਪਿਆਰ ਅਤੇ ਬਹੁਤ ਸਾਰਾ ਸਤਿਕਾਰ ਮਿਲਿਆ। ਪਿਆਰੇ ਬੱਚਿਓ, ਆਗਿਆਕਾਰੀ ਬੱਚਿਆਂ ਨੂੰ ਹਮੇਸ਼ਾ ਪਿਆਰ ਅਤੇ ਸਤਿਕਾਰ ਮਿਲਦਾ ਹੈ। ਪਿਆਰੇ ਬੱਚਿਓ, ਆਪਾਂ ਪੜ੍ਹਿਆ ਕਿ ਸਾਨੂੰ ਮਾਤਾ ਪਿਤਾ ਅਤੇ ਵੱਡਿਆਂ ਦਾ ਕਹਿਣਾ ਮੰਨਣਾ ਚਾਹੀਦਾ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਹੀ ਆਪਣੇ ਮਾਪਿਆਂ ਅਤੇ ਵੱਡਿਆਂ ਦਾ ਕਹਿਣਾ ਮੰਨੋਗੇ। ਸਾਨੂੰ ਦੂਜਿਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਤੇ ਤੁਸੀਂ ਦੂਸਰਿਆਂ ਦੀ ਸਹਾਇਤਾ ਕਰਨ ਦੇ ਲਈ ਵੀ ਤਤਪਰ ਰਹੋਗੇ। ਆਗਿਆਕਾਰੀ ਬੱਚਿਆਂ ਨੂੰ ਹਮੇਸ਼ਾ ਪਿਆਰ ਅਤੇ ਸਤਿਕਾਰ ਮਿਲਦਾ ਹੈ। ਇਹਨਾਂ ਸਾਰੀਆਂ ਹੀ ਗੱਲਾਂ ਦਾ ਨਿਚੋੜ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਸਾਨੂੰ ਸਾਰਿਆਂ ਨੂੰ ਚੰਗੇ ਬਣਨ ਦਾ ਪ੍ਰਣ ਕਰਨਾ ਚਾਹੀਦਾ ਹੈ। ਪਿਆਰੇ ਬੱਚਿਓ, ਤੁਸੀਂ ਬਹੁਤ ਹੀ ਧਿਆਨ ਦੇ ਨਾਲ ਮੈਨੂੰ ਸੁਣ ਤਾਂ ਲਿਆ ਹੈ, ਪਰ ਮੈਨੂੰ ਲੱਗਦਾ ਹੈ ਥੋੜ੍ਹੀ ਦੁਹਰਾਈ ਕਰ ਲੈਣੀ ਚਾਹੀਦੀ ਹੈ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਖਾਦ ਪਦਾਰਥਾਂ ਵਿੱਚ ਸੁੰਡ ਗਰਮ ਅਤੇ ਹਲਦੀ ਠੰਡੀ ਹੁੰਦੀ ਹੈ। ਇਸ ਤੋਂ ਬਾਅਦ ਪਿਆਰੇ ਬੱਚਿਓ, ਸਾਨੂੰ ਮਾਤਾ ਪਿਤਾ ਅਤੇ ਵੱਡਿਆਂ ਦਾ ਕਹਿਣਾ ਮੰਨਣਾ ਚਾਹੀਦਾ ਹੈ। ਇਸ ਤੋਂ ਅਗਲੀ ਗੱਲ, ਸਾਨੂੰ ਦੂਜਿਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਪਿਆਰੇ ਬੱਚਿਓ, ਇਸ ਤੋਂ ਅਗਲੀ ਗੱਲ ਹੈ, ਆਗਿਆਕਾਰੀ ਬੱਚਿਆਂ ਨੂੰ ਹਮੇਸ਼ਾ ਪਿਆਰ ਅਤੇ ਸਤਿਕਾਰ ਮਿਲਦਾ ਹੈ। ਇਸ ਤੋਂ ਅਗਲੀ ਗੱਲ ਅਤੇ ਆਖਰੀ, ਸਾਨੂੰ ਸਾਰਿਆਂ ਨੂੰ ਚੰਗੇ ਬਣਨ ਦਾ ਪ੍ਰਣ ਕਰਨਾ ਚਾਹੀਦਾ ਹੈ। ਪਿਆਰੇ ਬੱਚਿਓ, ਤੁਸੀਂ ਅੱਜ ਕੁਝ ਹੋਰ ਯਾਦ ਰੱਖਣਯੋਗ ਗੱਲਾਂ ਵਿੱਚ ਬਹੁਤ ਸੋਹਣੀਆਂ ਗੱਲਾਂ ਸਿੱਖੀਆਂ ਹਨ। ਇਹਨਾਂ ਸਿੱਖੀਆਂ ਹੋਈਆਂ ਗੱਲਾਂ ਨੂੰ ਤੁਸੀਂ ਆਪਣੇ ਰੋਜ਼ਾਨਾ ਜੀਵਨ ਦੇ ਵਿੱਚ ਅਪਣਾਉਣਾ ਹੈ ਅਤੇ ਆਪਣੀਆਂ ਪੰਜਾਬੀ ਦੀਆਂ ਕਾਪੀਆਂ ਦੇ ਉੱਪਰ ਸੁੰਦਰ ਲਿਖਾਈ ਦੇ ਵਿੱਚ ਲਿਖਣਾ ਹੈ। ਧੰਨਵਾਦ। ਪੰਜਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਪਿਆਰੇ ਬੱਚਿਓ, ਗਣਿਤ ਵਿਸ਼ੇ ਵਿੱਚ ਅਸੀਂ ਅਧਿਆਇ 3 ਕਰ ਰਹੇ ਹਾਂ, ਜਿਸ ਵਿੱਚ ਤੁਸੀਂ ਗੁਣਜ, ਗੁਣਨਖੰਡ, ਭਾਜ ਅਤੇ ਅਪਾਜ ਸੰਖਿਆਵਾਂ ਬਾਰੇ ਜਾਣ ਚੁੱਕੇ ਹੋ। ਅੱਜ ਦੀ ਇਸ ਕਲਾਸ ਵਿੱਚ ਅਸੀਂ ਗਤੀਵਿਧੀਆਂ ਰਾਹੀਂ ਮਹੱਤਮ ਸਮਾਪਤਕ ਦਾ ਸੰਕਲਪ ਸਮਝਾਂਗੇ।
ਅਤੇ ਮੰਮਾ ਸੱਸਾ ਵੋਵਾ ਪਤਾ ਕਰਨ ਦੀ ਗੁਣਨਖੰਡ ਅਤੇ ਅਪਾਹਜ ਗੁਣਨਖੰਡ ਵਿਧੀ ਸਿੱਖਾਂਗੇ। ਆਓ ਅਸੀਂ ਸ਼ੁਰੂ ਕਰਦੇ ਹਾਂ। ਪਿਆਰੇ ਵਿਦਿਆਰਥੀਓ, ਮਹੱਤਮ ਸਮਾਪਵਰਤਕ ਨੂੰ ਸਮਝਣ ਤੋਂ ਪਹਿਲਾਂ ਅਸੀਂ ਇੱਕ ਉਦਾਹਰਨ ਦੇਖਦੇ ਹਾਂ। ਇੱਕ ਡੇਅਰੀ ਤੇ ਦੋ ਗਾਹਕ ਆਏ। ਇੱਕ ਨੂੰ 20 ਲੀਟਰ ਅਤੇ ਦੂਸਰੇ ਨੂੰ 30 ਲੀਟਰ ਦੁੱਧ ਚਾਹੀਦਾ ਹੈ। ਦੁਕਾਨਦਾਰ ਕੋਲ ਮਾਪਣ ਲਈ 1 ਲੀਟਰ, 2 ਲੀਟਰ, 5 ਅਤੇ 10 ਲੀਟਰ ਦੇ ਬਰਤਨ ਹਨ। ਤਾਂ ਬੱਚਿਓ, ਇੱਥੇ ਦੁਕਾਨਦਾਰ ਕਿਹੜਾ ਵੱਡੇ ਤੋਂ ਵੱਡਾ ਬਰਤਨ ਵਰਤੇਗਾ ਤਾਂ ਜੋ ਉਹ 20 ਅਤੇ 30 ਲੀਟਰ ਦੁੱਧ ਨੂੰ ਆਸਾਨੀ ਨਾਲ ਮਾਪ ਸਕੇ। ਜੇਕਰ ਉਹ 1 ਲੀਟਰ ਵਾਲਾ ਬਰਤਨ ਵਰਤਦਾ ਹੈ ਤਾਂ ਬੱਚਿਓ ਉਸ ਨੂੰ 20 ਅਤੇ 30 ਵਾਰ ਦੁੱਧ ਮਾਪਣਾ ਪਵੇਗਾ, ਜਿਸ ਵਿੱਚ ਬਹੁਤ ਸਮਾਂ ਲੱਗੇਗਾ। 2 ਲੀਟਰ ਵਾਲੇ ਬਰਤਨ ਨਾਲ ਉਸ ਨੂੰ 10 ਅਤੇ 15 ਵਾਰ ਦੁੱਧ ਮਾਪਣਾ ਪਵੇਗਾ। 5 ਲੀਟਰ ਵਾਲੇ ਬਰਤਨ ਨਾਲ ਉਸ ਨੂੰ 4 ਅਤੇ 6 ਵਾਰ ਦੁੱਧ ਮਾਪਣਾ ਪਵੇਗਾ। ਤਾਂ ਬੱਚਿਓ, ਇੱਥੇ ਦੁਕਾਨਦਾਰ 10 ਲੀਟਰ ਵਾਲਾ ਬਰਤਨ ਵਰਤੇਗਾ। ਇਸ ਤਰ੍ਹਾਂ ਨਾਲ ਉਹ 20 ਲੀਟਰ ਦੁੱਧ ਨੂੰ 2 ਵਾਰ ਵਿੱਚ ਅਤੇ 30 ਲੀਟਰ ਦੁੱਧ ਨੂੰ ਉਹ 3 ਵਾਰ ਵਿੱਚ ਮਾਪ ਸਕਦਾ ਹੈ। ਤਾਂ ਬੱਚਿਓ, ਇੱਥੇ ਸੰਖਿਆ 10, 20 ਅਤੇ 30 ਦਾ ਮਹੱਤਮ ਸਮਾਪਵਰਤਕ ਹੈ, ਭਾਵ ਕਿ ਇਹ ਉਹ ਵੱਡੇ ਤੋਂ ਵੱਡਾ ਬਰਤਨ ਹੈ ਜਿਸ ਨਾਲ 20 ਅਤੇ 30 ਲੀਟਰ ਦੁੱਧ ਨੂੰ ਪੂਰਾ ਮਾਪਿਆ ਜਾ ਸਕਦਾ ਹੈ। ਇਸੇ ਹੀ ਤਰ੍ਹਾਂ ਬੱਚਿਓ, ਮਹੱਤਮ ਸਮਾਪਵਰਤਕ ਉਹ ਵੱਡੀ ਤੋਂ ਵੱਡੀ ਸੰਖਿਆ ਹੁੰਦੀ ਹੈ ਜੋ ਦਿੱਤੀਆਂ ਹੋਈਆਂ ਸੰਖਿਆਵਾਂ ਨੂੰ ਪੂਰਾ ਵੰਡ ਸਕੇ। ਅਸੀਂ ਹੁਣ ਗੁਣਨਖੰਡ ਵਿਧੀ ਰਾਹੀਂ 20 ਅਤੇ 30 ਦਾ ਮਹੱਤਮ ਸਮਾਪਵਰਤਕ ਪਤਾ ਕਰਨਾ ਸਿੱਖਦੇ ਹਾਂ। ਇਸ ਲਈ ਅਸੀਂ 20 ਦੇ ਗੁਣਨਖੰਡ ਪਤਾ ਕਰਾਂਗੇ। ਪਿਆਰੇ ਬੱਚਿਓ, ਤੁਸੀਂ ਬਟਨਾਂ ਦੀ ਤਰਤੀਬ ਤੋਂ ਸੰਖਿਆਵਾਂ ਦੇ ਗੁਣਨਖੰਡ ਬਣਾਉਣੇ ਸਿੱਖ ਲਏ ਹਨ। ਤਾਂ ਬੱਚਿਓ, 20 ਬਟਨਾਂ ਲਈ ਅਸੀਂ 20 ਕਤਾਰਾਂ ਵਿੱਚ ਇੱਕ ਕਤਾਰ ਵਿੱਚ 20 ਬਟਨ, 2 ਕਤਾਰਾਂ ਵਿੱਚ 10, 10 ਕਤਾਰਾਂ ਵਿੱਚ 2 ਬਟਨ, 4 ਕਤਾਰਾਂ ਵਿੱਚ 5 ਅਤੇ 5 ਕਤਾਰਾਂ ਵਿੱਚ 4 ਬਟਨ ਰੱਖਾਂਗੇ। ਇਸ ਤਰ੍ਹਾਂ ਸਾਨੂੰ 20 ਦੇ ਗੁਣਨਖੰਡ ਪ੍ਰਾਪਤ ਹੁੰਦੇ ਹਨ। 20 ਦੇ ਗੁਣਨਖੰਡ ਕਿਹੜੇ ਹਨ? 1, 2, 4, 5, 10 ਅਤੇ 20। ਇਸੇ ਤਰ੍ਹਾਂ ਅਸੀਂ 30 ਦੇ ਗੁਣਨਖੰਡ ਪ੍ਰਾਪਤ ਕਰਦੇ ਹਾਂ। 30 ਕਤਾਰਾਂ ਵਿੱਚ 1 ਕਤਾਰ ਵਿੱਚ 30 ਬਟਨ, 2 ਕਤਾਰਾਂ ਵਿੱਚ 15, 15 ਕਤਾਰਾਂ ਵਿੱਚ 2 ਬਟਨ, 3 ਕਤਾਰਾਂ ਵਿੱਚ 10, 10 ਕਤਾਰਾਂ ਵਿੱਚ 3 ਬਟਨ, 5 ਕਤਾਰਾਂ ਵਿੱਚ 6 ਅਤੇ 6 ਕਤਾਰਾਂ ਵਿੱਚ 5 ਬਟਨ ਰੱਖਾਂਗੇ। ਇਸ ਤਰ੍ਹਾਂ ਸਾਨੂੰ 30 ਦੇ ਗੁਣਨਖੰਡ ਪ੍ਰਾਪਤ ਹੁੰਦੇ ਹਨ। ਤਾਂ ਬੱਚਿਓ, 30 ਦੇ ਗੁਣਨਖੰਡ ਕਿਹੜੇ ਹਨ? 1, 2, 3, 5, 6, 10, 15 ਅਤੇ 30। ਤੁਸੀਂ ਦੇਖੋਗੇ ਕਿ ਕੁਝ ਅੰਕ ਅਜਿਹੇ ਹਨ ਜੋ ਕਿ 20 ਅਤੇ 30 ਦੋਨਾਂ ਦੇ ਹੀ ਗੁਣਨਖੰਡ ਹਨ, ਜਿਵੇਂ ਕਿ ਸੰਖਿਆ 1, 2, 5 ਅਤੇ 10। ਇਹਨਾਂ ਨੂੰ ਸਾਂਝੇ ਗੁਣਨਖੰਡ ਕਿਹਾ ਜਾਂਦਾ ਹੈ। ਹੁਣ ਅਸੀਂ ਦੇਖਾਂਗੇ ਕਿ ਸਾਂਝੇ ਗੁਣਨਖੰਡਾਂ ਵਿੱਚ ਸਭ ਤੋਂ ਵੱਡੀ ਸੰਖਿਆ ਕਿਹੜੀ ਹੈ? ਉਹ ਹੈ 10। ਤਾਂ ਬੱਚਿਓ, 20 ਅਤੇ 30 ਦਾ ਮਹੱਤਮ ਸਮਾਪਵਰਤਕ ਹੈ ਸੰਖਿਆ 10। ਬੱਚਿਓ, ਗੁਣਨਖੰਡ ਵਿਧੀ ਰਾਹੀਂ ਪਹਿਲਾਂ ਅਸੀਂ ਸੰਖਿਆਵਾਂ ਦੇ ਗੁਣਨਖੰਡ ਲੱਭਣੇ ਹਨ ਅਤੇ ਇਹਨਾਂ ਦੇ ਸਾਂਝੇ ਗੁਣਨਖੰਡਾਂ ਵਿੱਚ ਵੱਡੀ ਤੋਂ ਵੱਡੀ ਸੰਖਿਆ ਮਹੱਤਮ ਸਮਾਪਵਰਤਕ ਹੁੰਦੀ ਹੈ। ਆਓ ਬੱਚਿਓ, ਹੁਣ ਅਸੀਂ ਮਹੱਤਮ ਸਮਾਪਵਰਤਕ ਪਤਾ ਕਰਨ ਦੀ ਅਪਾਹਜ ਗੁਣਨਖੰਡ ਵਿਧੀ ਸਿੱਖਦੇ ਹਾਂ। ਇਸ ਵਿੱਚ ਅਸੀਂ ਦਿੱਤੀਆਂ ਹੋਈਆਂ ਸੰਖਿਆਵਾਂ ਦੇ ਅਪਾਹਜ ਗੁਣਨਖੰਡ ਪਤਾ ਕਰਨੇ ਹਨ। ਸਭ ਤੋਂ ਪਹਿਲਾਂ ਅਸੀਂ 20 ਨੂੰ ਛੋਟੀ ਤੋਂ ਛੋਟੀ ਅਪਾਹਜ ਸੰਖਿਆ ਭਾਵ 2 ਨਾਲ ਭਾਗ ਕਰਾਂਗੇ। 2 ਦਾ ਆ 20। 10 ਨੂੰ ਅਸੀਂ ਦੁਬਾਰਾ 2 ਨਾਲ ਭਾਗ ਕਰ ਸਕਦੇ ਹਾਂ। 2 5 10। ਹੁਣ ਬੱਚਿਓ, 5 ਨੂੰ 2 ਜਾਂ 3 ਨਾਲ ਭਾਗ ਨਹੀਂ ਕੀਤਾ ਜਾ ਸਕਦਾ, ਤਾਂ ਅਗਲੀ ਅਪਾਹਜ ਸੰਖਿਆ ਭਾਵ 5 ਨਾਲ ਭਾਗ ਕਰਾਂਗੇ। 5 ਏਕਮ 5। ਇਹ ਵਿਧੀ ਅਸੀਂ ਉਦੋਂ ਤੱਕ ਕਰਦੇ ਹਾਂ ਜਦ ਤੱਕ ਕਿ ਸਾਨੂੰ 1 ਪ੍ਰਾਪਤ ਹੋ ਜਾਵੇ। ਤਾਂ ਬੱਚਿਓ, 20 ਦੇ ਅਪਾਹਜ ਗੁਣਨਖੰਡ ਹਨ 2 ਗੁਣਾ 2 ਗੁਣਾ 5। ਇਸੇ ਤਰ੍ਹਾਂ ਅਸੀਂ 30 ਦੇ ਅਪਾਹਜ ਗੁਣਨਖੰਡ ਪਤਾ ਕਰਨੇ ਹਨ। ਇਹ ਹਨ 2 ਗੁਣਾ 3 ਗੁਣਾ 5। ਹੁਣ ਬੱਚਿਓ, ਇਹਨਾਂ ਦੇ ਸਾਂਝੇ ਅਪਾਹਜ ਗੁਣਨਖੰਡ ਕਿਹੜੇ ਹਨ? ਉਹ ਹਨ 2 ਅਤੇ 5। ਜਦੋਂ ਅਸੀਂ ਅਪਾਹਜ ਗੁਣਨਖੰਡ ਵਿਧੀ ਦੀ ਵਰਤੋਂ ਕਰਦੇ ਹਾਂ
ਤਾਂ ਅਸੀਂ ਸਾਂਝੇ ਅਪਾਜ ਗੁਣਨਖੰਡਾਂ ਨੂੰ ਗੁਣਾ ਕਰਨ ਤੇ ਉੱਤਰ ਪ੍ਰਾਪਤ ਕਰਦੇ ਹਾਂ। ਤਾਂ ਬੱਚਿਓ 20 ਅਤੇ 30 ਦਾ ਮਹੱਤਮ ਸਮਾਪਵਰਤਕ ਹੈ 2 ਗੁਣਾ 5 ਬਰਾਬਰ ਹੈ 10। ਪਿਆਰੇ ਬੱਚਿਓ, ਤੁਸੀਂ ਸਾਰੇ ਹੀ ਪੰਜਾਬ ਅਚੀਵਮੈਂਟ ਸਰਵੇਖਣ ਦੀ ਤਿਆਰੀ ਕਰ ਰਹੇ ਹੋ। ਤਾਂ ਇਸ ਤਹਿਤ ਤੁਸੀਂ ਮੈਨੂੰ ਦੱਸੋ ਕਿ 20 ਲੀਟਰ ਅਤੇ 30 ਲੀਟਰ ਦੁੱਧ ਮਾਪਣ ਲਈ ਇਹਨਾਂ ਵਿੱਚੋਂ ਵੱਡੇ ਤੋਂ ਵੱਡਾ ਅਤੇ ਸਾਂਝਾ ਮਾਪਕ ਕਿਹੜਾ ਹੋਵੇਗਾ? ਮੈਡਮ ਜੀ 10 ਲੀਟਰ। ਸ਼ਾਬਾਸ਼। ਅਤੇ ਘਰ ਦੇ ਕੰਮ ਵਿੱਚ ਤੁਸੀਂ ਅਭਿਆਸ 3.2 ਦਾ ਪ੍ਰਸ਼ਨ 3, 4 ਅਤੇ 5 ਹੱਲ ਕਰਨਾ ਹੈ। ਧੰਨਵਾਦ। Hello dear children, we have already learnt about homophones. Let's learn more. First pair of words is meat and meat. M-E-A-T, meat is a food item. Look here. Okay? I do not like to eat meat. Another word is M-E-E-T, meet. It means to see and talk to someone. Look at this picture. Aman likes to meet her friend Gurdeep. Right, children? Next is mail. M-A-I-L, mail. It means letters and parcels sent by post. I will send Rakhi to my brother through mail. Next is M-A-L-E, male. Male is a boy or a man. Here, this is the picture of a male doctor. Moving further, next pair of words is tail and tail. T-A-I-L, tail. This part of an animal is called tail. The deer has a short tail, and T-A-L-E, tail, means story. This book tells a great tale. Okay? Next word is hole. H-O-L-E, hole. It is an opening through something. There is a hole in my socks. And next word is whole. W-H-O-L-E, whole. Dear children, can you name this shape? This is a circle, a whole circle. And now, this is the part of a circle, half circle. A whole circle, half circle. Okay? So whole means full or complete. Next is hair. H-A-I-R, hair. Look. The girl has black hair. Next is H-A-R-E, hair. Try to recognize this animal. This is the picture of a hare. The hare runs fast. Next is not and not. The word not is used to make the negative statement. Stay at home. Do not go out. And K-N-O-T, not, means to tie. Here it is a knot. Do not tie knots. Right? Next is blue. Dear children, which is your favorite color? Look, this is a blue butterfly. Isn't it beautiful? Blue is name of a color. Next word is blue. B-L-E-W, blue. The boy blew out all the candles. Look, I blew out the candles. Right?
Hope you enjoyed today's class. Now it's the time for homework. Try to make sentences from these words. Keep learning. Thank you. ਪਿਆਰੇ ਵਿਦਿਆਰਥੀਓ, ਅੱਜ ਦਾ ਵਿਸ਼ਾ ਹੈ ਵਾਤਾਵਰਣ ਸਿੱਖਿਆ, ਜਮਾਤ 5ਵੀਂ, ਪਾਠ 10, ਖਾਦ ਪਦਾਰਥਾਂ ਦੀ ਸਾਂਭ ਸੰਭਾਲ। ਅੱਜ ਅਸੀਂ ਇਸ ਪਾਠ ਦੇ ਵਿੱਚ ਪਾਸਚਰਾਈਜੇਸ਼ਨ ਵਿਧੀ ਬਾਰੇ ਗੱਲਬਾਤ ਕਰਾਂਗੇ। ਇਸ ਵਿਧੀ ਨਾਲ ਦੁੱਧ ਨੂੰ ਉੱਚ ਤਾਪਮਾਨ ਤੇ ਗਰਮ ਕੀਤਾ ਜਾਂਦਾ ਹੈ। ਗਰਮ ਕਰਨ ਤੋਂ ਬਾਅਦ ਉਸ ਨੂੰ ਇੱਕਦਮ ਠੰਡਾ ਕੀਤਾ ਜਾਂਦਾ ਹੈ। ਫਿਰ ਦੁੱਧ ਨੂੰ ਪੈਕਟਾਂ ਅਤੇ ਬੋਤਲਾਂ ਵਿੱਚ ਭਰ ਦਿੱਤਾ ਜਾਂਦਾ ਹੈ, ਜਿਸ ਤਰ੍ਹਾਂ ਉੱਪਰਲੀਆਂ 2 ਤਸਵੀਰਾਂ ਵਿੱਚ ਤੁਹਾਨੂੰ ਦਿਖਾਈ ਦੇ ਰਿਹਾ ਹੈ। ਹੁਣ ਇਸ ਦੁੱਧ ਨੂੰ ਕਈ ਦਿਨਾਂ ਤੱਕ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ। ਅਸੀਂ ਇਸ ਦੁੱਧ ਨੂੰ ਪੀ ਵੀ ਸਕਦੇ ਹਾਂ ਜਾਂ ਇਸ ਦੁੱਧ ਤੋਂ ਅਸੀਂ ਚਾਹ ਅਤੇ ਕੌਫੀ ਵੀ ਬਣਾ ਸਕਦੇ ਹਾਂ। ਪੰਜਾਬ ਵਿੱਚ ਵੇਰਕਾ ਮਿਲਕ ਪਲਾਂਟ ਵੱਡੇ ਪੱਧਰ ਤੇ ਦੁੱਧ ਨੂੰ ਇਸ ਵਿਧੀ ਨਾਲ ਪਾਸਚਰਾਈਜ਼ਡ ਕਰਕੇ ਵੇਚਦੇ ਹਨ। ਇੱਥੇ ਦੁੱਧ ਤੋਂ ਬਣੇ ਉਤਪਾਦ ਭਵਿੱਖ ਵਿੱਚ ਵਰਤਣ ਲਈ ਡੱਬਾਬੰਦ ਵੀ ਕੀਤੇ ਜਾਂਦੇ ਹਨ, ਕਿਉਂਕਿ ਡੱਬਾਬੰਦ ਕਰਨ ਨਾਲ ਉਹ ਭੋਜਨ ਪਦਾਰਥ ਜਾਂ ਉਤਪਾਦ ਲੰਮੇ ਸਮੇਂ ਤੱਕ ਸੁਰੱਖਿਅਤ ਰਹਿੰਦੇ ਹਨ। ਲੰਮੇ ਸਫ਼ਰ ਜਾਂ ਯਾਤਰਾ ਦੌਰਾਨ ਭੋਜਨ ਨੂੰ ਸੁਰੱਖਿਅਤ ਰੱਖਣ ਲਈ ਹਵਾਬੰਦ ਬਰਤਨਾਂ ਦੀ ਵਰਤੋਂ ਕੀਤੀ ਜਾਂਦੀ ਹੈ, ਕਿਉਂਕਿ ਜਦੋਂ ਅਸੀਂ ਕਿਸੇ ਭੋਜਨ ਪਦਾਰਥ ਨੂੰ ਕਿਸੇ ਹਵਾਬੰਦ ਬਰਤਨ ਵਿੱਚ ਪਾ ਦਿੰਦੇ ਹਾਂ ਤਾਂ ਉਹ ਭੋਜਨ ਹੈ ਜਿਹੜਾ ਜਲਦੀ ਖਰਾਬ ਨਹੀਂ ਹੁੰਦਾ। ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਅਤੇ ਕੰਮ ਕਰਨ ਵਾਲੇ ਲੋਕ ਖਾਣਾ ਗਰਮ ਰੱਖਣ ਵਾਲੇ ਡੱਬਿਆਂ ਜਾਂ ਟਿਫਨਾਂ ਦੀ ਵਰਤੋਂ ਕਰਦੇ ਹਨ, ਜਿਸ ਤਰ੍ਹਾਂ ਇਸ ਤਸਵੀਰ ਦੇ ਵਿੱਚ ਤੁਹਾਨੂੰ ਦਿਖਾਈ ਦੇ ਰਿਹਾ ਹੈ। ਅਸੀਂ ਵੀ ਜਦੋਂ ਸਕੂਲ ਜਾਂਦੇ ਹਾਂ ਜਾਂ ਕੰਮ ਤੇ ਜਾਂਦੇ ਹਾਂ ਤਾਂ ਉਦੋਂ ਅਸੀਂ ਆਪਣੇ ਖਾਣੇ ਨੂੰ ਇਹਨਾਂ ਗਰਮ ਡੱਬਿਆਂ ਦੇ ਵਿੱਚ ਜਾਂ ਟਿਫਨਾਂ ਦੇ ਵਿੱਚ ਲੈ ਕੇ ਜਾਂਦੇ ਹਾਂ, ਤਾਂ ਕਿ ਲੰਬੇ ਸਮੇਂ ਤੱਕ ਉਹ ਭੋਜਨ ਹੈ ਖਰਾਬ ਨਾ ਹੋਵੇ। ਆਓ ਕੁਝ ਯਾਦ ਰੱਖਣ ਯੋਗ ਗੱਲਾਂ ਅਸੀਂ ਸਮਝੀਏ। ਸਾਨੂੰ ਕਦੇ ਵੀ ਖਰਾਬ ਭੋਜਨ ਨਹੀਂ ਖਾਣਾ ਚਾਹੀਦਾ, ਕਿਉਂਕਿ ਖਰਾਬ ਭੋਜਨ ਦੇ ਵਿੱਚ ਬਹੁਤ ਸਾਰੇ ਕੀਟਾਣੂ ਪੈਦਾ ਹੋ ਜਾਂਦੇ ਹਨ ਜੋ ਸਾਡੇ ਸਰੀਰ ਤੇ ਸਾਡੀ ਸਿਹਤ ਲਈ ਹਾਨੀਕਾਰਕ ਸਾਬਿਤ ਹੁੰਦੇ ਹਨ। ਦੂਸਰਾ ਹੈ, ਖਰਾਬ ਭੋਜਨ ਦੀ ਪਹਿਚਾਣ ਦੇਖ ਕੇ, ਸੁੰਘ ਕੇ, ਛੂ ਕੇ ਕਰ ਸਕਦੇ ਹਾਂ। ਅਸੀਂ ਕਿਸੇ ਵੀ ਭੋਜਨ ਨੂੰ ਦੇਖ ਕੇ, ਸੁੰਘ ਕੇ ਜਾਂ ਛੂ ਕੇ ਅਸੀਂ ਉਸ ਦੀ ਪਹਿਚਾਣ ਕਰ ਸਕਦੇ ਹਾਂ ਕਿ ਉਹ ਭੋਜਨ ਖਰਾਬ ਹੈ ਜਾਂ ਨਹੀਂ ਹੈ। ਤੀਸਰਾ ਹੈ, ਭੋਜਨ ਨੂੰ ਸੁਰੱਖਿਅਤ ਰੱਖਣ ਦੇ ਵੱਖ-ਵੱਖ ਤਰੀਕਿਆਂ ਰਾਹੀਂ ਸੂਖਮ ਜੀਵਾਂ ਦੇ ਵਾਧੇ ਨੂੰ ਰੋਕ ਕੇ ਭੋਜਨ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕਦਾ ਹੈ। ਅਗਲਾ ਹੈ, ਵੱਡੇ ਪੱਧਰ ਤੇ ਅਨਾਜਾਂ ਦੀ ਸਾਂਭ ਸੰਭਾਲ ਲਈ ਗੋਦਾਮਾਂ ਦੀ ਵਰਤੋਂ ਕੀਤੀ ਜਾਂਦੀ ਹੈ ਕਿ ਗੋਦਾਮਾਂ ਦੇ ਵਿੱਚ ਉਹਨਾਂ ਅਨਾਜ ਨੂੰ ਸਟੋਰ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਅਸੀਂ ਲੰਮੇ ਸਮੇਂ ਤੱਕ ਸੰਭਾਲ ਕੇ ਰੱਖਣਾ ਹੁੰਦਾ ਹੈ। ਅਗਲਾ ਹੈ, ਖਾਦ ਪਦਾਰਥਾਂ ਦੀ ਸਾਂਭ ਸੰਭਾਲ ਲਈ ਜ਼ਹਿਰਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਕਿਉਂਕਿ ਇਹ ਵੀ ਸਾਡੀ ਸਿਹਤ ਲਈ ਹਾਨੀਕਾਰਕ ਸਿੱਧ ਹੁੰਦਾ ਹੈ। ਆਓ ਹੁਣ ਵਾਰੀ ਹੈ ਘਰ ਦੇ ਕੰਮ ਦੀ। ਪਿਆਰੇ ਵਿਦਿਆਰਥੀਓ, ਤੁਸੀਂ ਇਹਨਾਂ ਯਾਦ ਰੱਖਣ ਯੋਗ ਗੱਲਾਂ ਨੂੰ ਸੁੰਦਰ ਕਰਕੇ ਆਪਣੀਆਂ ਕਾਪੀਆਂ ਉੱਪਰ ਲਿਖਣਾ ਹੈ। ਸਤਿਕਾਰਯੋਗ ਅਧਿਆਪਕ ਸਾਹਿਬਾਨ ਅਤੇ ਪਿਆਰੇ ਵਿਦਿਆਰਥੀਓ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹਾਂ ਬੇਟਾ, ਪੰਜਾਬੀ ਦੀ ਲਿਖਾਈ ਬਾਰੇ ਆਪਣਾ ਪ੍ਰੋਜੈਕਟ ਹੈ ਜਿਹੜਾ ਉਹ ਚੱਲਦਾ ਪਿਆ ਹੈ ਤੇ ਅੱਜ ਬੱਚੇ ਆਪਾਂ ਜਿਹੜਾ 6ਵੇਂ ਸੈੱਟ ਦੇ ਤੀਜੇ ਅੱਖਰ ਛੱਛਾ ਦੇ ਉੱਤੇ ਪਹੁੰਚ ਗਏ ਹਾਂ। ਤੁਸੀਂ ਧਿਆਨ ਦੇ ਨਾਲ ਬੋਰਡ ਦੇ ਉੱਤੇ ਦੇਖੋ ਅੱਖਰ ਛੱਛਾ ਦੀ ਬਣਤਰ ਅਸੀਂ ਕਿਸ ਤਰ੍ਹਾਂ ਬਣਾਉਣੀ ਹੈ। ਸਭ ਤੋਂ ਪਹਿਲੇ ਸਟੈਪ 6ਵੇਂ ਸੈੱਟ ਦਾ ਅੱਖਰ ਤੀਜਾ ਤੇ ਲਾਸਟ ਅੱਖਰ ਹੈ ਇਹ ਬੇਟਾ ਅੱਖਰ ਛੱਛਾ। ਸਭ ਤੋਂ ਪਹਿਲੇ ਸਟੈਪ ਦੇ ਉੱਤੇ ਅਸੀਂ ਉੱਪਰਲੀ ਰੇਖਾ ਦੇ ਉੱਤੇ ਇੱਕ ਰੇਖਾ ਖਿੱਚ ਲੈਣੀ ਹੈ ਅੰਦਾਜ਼ੇ ਨਾਲ ਜਿੰਨੀ ਅਸੀਂ ਅੱਖਰ ਦੀ ਚੌੜਾਈ ਰੱਖਣੀ ਹੈ। ਠੀਕ ਹੈ ਬੇਟਾ। ਇਸ ਉਪਰੰਤ ਇਹਦੇ ਤੋਂ ਥੋੜਾ ਜਿਹਾ ਅੰਦਰਲੇ ਪਾਸੇ ਨੂੰ ਹੋ ਕੇ ਅਸੀਂ 90 ਡਿਗਰੀ ਤੇ 33% ਰੇਖਾ ਲੈ ਲੈਂਦੇ ਆ। ਤਾਂ ਕਿਉਂਕਿ ਆਪਾਂ ਇਹਦੇ ਸਟੈਪ ਵੀ ਵਾਵੇ ਵਾਲੇ ਹੀ ਹੈਗੇ ਆ। 33% ਰੇਖਾ ਲੈ ਕੇ ਉੱਪਰਲੀ ਰੇਖਾ ਦੇ ਬੇਟਾ ਪੈਰਲਲ ਚੱਲਾਂਗੇ ਅਸੀਂ
ਉੱਪਰਲੀ ਰੇਖਾ ਦੇ ਪੈਰਲਲ ਚੱਲਦੇ ਹੋਏ ਜਿੰਨੀ ਅੱਖਰ ਦੀ ਚੌੜਾਈ ਰੱਖਣੀ ਹੈ ਇੱਥੋਂ ਗੋਲਾਈ ਦਿੰਦੇ ਹੋਏ ਥੱਲੇ ਵਾਪਸ। ਤਾਂ ਬੇਟਾ ਇਸ ਪੁਆਇੰਟ ਨਾਲੋਂ ਥੋੜਾ ਜਿਹਾ ਅੰਦਰਲੇ ਪਾਸੇ ਹੀ ਅਸੀਂ ਠਹਿਰਾਓ ਕਰ ਲਾਂਗੇ। ਠਹਿਰਾਓ ਕਰਨ ਉਪਰੰਤ ਥੋੜਾ ਜਿਹਾ ਅੰਦਰ ਇੱਥੋਂ ਅਸੀਂ ਗੋਲਾਈ ਦੇਣੀ ਸ਼ੁਰੂ ਕਰ ਦਾਂਗੇ। ਇਹਦਾ ਬਸ ਬੇਟਾ ਗੋਲਾਈ ਦਾ ਹੀ ਵਿਸ਼ੇਸ਼ ਧਿਆਨ ਰੱਖਣਾ ਹੈ। ਇੱਥੋਂ ਗੋਲਾਈ ਦੇ ਕੇ ਅਸੀਂ ਹੇਠਲੀ ਲਾਈਨ ਦੇ ਉੱਤੇ ਪੈਰਲਲ ਚੱਲਦੇ ਹੋਏ ਤੇ ਇੱਥੋਂ ਵੀ ਥੋੜਾ ਜਿਹਾ ਉਰਲੇ ਪਾਸੇ ਠਹਿਰਾਓ ਕਰਕੇ ਫਿਰ ਅਸੀਂ ਬੱਚੇ ਇੱਥੋਂ ਗੋਲਾਈ ਦਿੰਦੇ ਹੋਏ ਇੱਥੇ ਆ ਕੇ ਅਸੀਂ ਟੱਚ ਕਰ ਦਾਂਗੇ ਤੇ ਇਹਦੇ ਸੈਂਟਰ ਦੇ ਵਿੱਚੋਂ ਅਸੀਂ ਆਹ ਰੇਖਾ ਜਿਹੜੀ ਆ ਉਹ ਸਿੱਧੀ ਖਿੱਚ ਦਾਂਗੇ। ਇਹ ਬਣ ਗਿਆ ਸਾਡੇ ਕੋਲੇ ਅੱਖਰ ਛੱਛਾ। ਫਿਰ ਬੱਚੇ ਧਿਆਨ ਨਾਲ ਦੇਖੋ ਛੱਛੇ ਦੇ ਕਿਹੜੇ ਕਿਹੜੇ ਸਟੈਪ ਅਸੀਂ ਫੋਲੋ ਕੀਤੇ। ਸਭ ਤੋਂ ਪਹਿਲਾਂ ਅੰਦਾਜ਼ੇ ਨਾਲ ਜਿੰਨੀ ਅਸੀਂ ਅੱਖਰ ਦੀ ਚੌੜਾਈ ਲੈਣੀ ਆ ਉਨੀ ਅਸੀਂ ਰੇਖਾ ਲੈ ਲਈ। ਉਸ ਤੋਂ ਬਾਅਦ ਥੋੜਾ ਜਿਹਾ ਅੰਦਰੋਂ 90 ਡਿਗਰੀ ਤੇ ਥੱਲੇ 33% ਪੋਰਸ਼ਨ ਤੱਕ ਆ ਗਏ ਅਸੀਂ। ਇੱਥੋਂ ਫਿਰ ਇਧਰਲੇ ਪਾਸੇ ਜਿੰਨੀ ਚੌੜਾਈ ਰੱਖਣੀ ਹੈ ਇੱਥੋਂ ਗੋਲਾਈ ਦਿੰਦੇ ਹੋਏ ਇੱਥੇ, ਔਰ ਇਹ ਥੋੜੇ ਜਿਹੇ ਉਰਲੇ ਪਾਸੇ ਠਹਿਰਾਓ ਕਰਕੇ ਇੱਥੋਂ ਘੁੰਮਦੇ ਹੋਏ ਇੱਥੇ ਤੇ ਇੱਥੋਂ ਚੱਲ ਕੇ ਇੱਥੇ ਅਸੀਂ ਟੱਚ ਕਰਾ ਦਾਂਗੇ ਤੇ ਸੈਂਟਰ ਦੇ ਵਿੱਚ ਇਹ ਸਿੱਧੀ ਰੇਖਾ ਜਿਹੜੀ ਆ ਉਹ ਲਗਾ ਦਾਂਗੇ। ਇਹ ਬਣ ਗਿਆ ਬੱਚੇ ਸਾਡੇ ਕੋਲੇ ਅੱਖਰ ਛੱਛਾ। ਸੋ ਬੱਚੇ ਤੁਹਾਡੇ ਕੋਲੇ ਜਿਹੜੀਆਂ ਸਪੈਸ਼ਲ ਵਰਕਸ਼ੀਟਸ ਪਹੁੰਚੀਆਂ ਹੋਈਆਂ ਆ, ਤੁਸੀਂ ਉਹਦੇ ਉੱਤੇ ਜੇਕਰ ਵਰਕਸ਼ੀਟਸ ਅਵੇਲੇਬਲ ਨਹੀਂ ਹੈਗੀਆਂ ਤਾਂ ਤੁਸੀਂ ਆਪਣੀ ਕਾਪੀ ਦੇ ਉੱਤੇ 2 ਲਕੀਰੀ ਕਾਪੀ ਦੇ ਉੱਤੇ ਵੀ ਅਭਿਆਸ ਆ ਜਿਹੜਾ ਇਹਦਾ ਕਰ ਸਕਦੇ ਆ। ਤੇ ਮੈਨੂੰ ਉਮੀਦ ਆ ਵੀ ਤੁਸੀਂ ਪਿਛਲੇ ਅੱਖਰਾਂ ਦਾ ਵੀ ਅਭਿਆਸ ਕਰ ਲਿਆ ਹੋਊਗਾ। ਤੇ ਕੱਲ ਫਿਰ ਬੇਟਾ ਆਪਾਂ ਨਵੇਂ ਸੈੱਟ ਦੇ 7ਵੇਂ ਸੈੱਟ ਦੇ ਪਹਿਲੇ ਅੱਖਰ ਬਾਰੇ ਗੱਲ ਕਰਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ।